ਬੇਅਦਬੀਆਂ ਕਰਦੇ ਨੇ, ਚਾਹੇ ਕੋਈ ਗੀਤਾ ਦੀ ਕਰਦਾ ਹੈ, ਚਾਹੇ ਕੋਈ ਬਾਈਬਲ ਦੀ ਕਰਦਾ ਹੈ, ਚਾਹੇ ਕੋਈ ਕੁਰਾਨ ਦੀ, ਚਾਹੇ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕਰਦਾ ਹੈ। ਇਹਨਾਂ 'ਚੋਂ ਕਿਸੇ ਨੇ ਕੋਈ ਗ੍ਰੰਥ ਨਹੀਂ ਪੜ੍ਹਿਆ ਹੋਇਆ ਜੀ। ਜੇ ਇਹਨਾਂ ਨੇ ਐਟਲੀਸਟ ਇੱਕ ਲਾਈਨ ਵੀ ਪੜ੍ਹੀ ਹੋਵੇ ਤਾਂ ਉਹ ਇਹੋ ਜਿਹੀਆਂ ਹਰਕਤਾਂ ਨਾ ਕਰਨ। ਕੇਸਗੜ੍ਹ ਸਾਹਿਬ ਦੇ ਵਿੱਚ ਘਟਨਾ ਹੋਈ ਆ, ਸਾਨੂੰ ਉਦੋਂ ਵੀ ਬਹੁਤ ਫੀਲ ਹੋਇਆ ਸੀ ਵੀ ਬੰਦਾ ਇੱਥੇ ਤੱਕ ਪਹੁੰਚ ਗਿਆ, ਖਾਲਸੇ ਦਾ ਘਰ ਆ ਉਹ। ਮੈਂ ਇੱਕ ਗੱਲ ਦਾ ਧਾਰਨੀ ਹੈ ਜੀ, ਜੇ ਪੁਲਿਸ ਚਾਹੇ ਬਾਲ ਦੀ ਖੱਲ ਉਤਾਰ ਕੇ ਰੱਖ ਦੇਵੇ ਜੀ। ਦੇਖੋ ਜੀ, SGPC 'ਚ ਇੰਨੀ ਕੁ ਪਾਵਰ ਤਾਂ ਜ਼ਰੂਰ ਹੈ ਵੀ ਉਹ ਸਟੇਟ ਗੌਰਮੈਂਟ ਦੇ ਜਾਂ ਤੁਸੀਂ ਸੈਂਟਰ ਗੌਰਮੈਂਟ ਦੇ ਪਿੱਛੇ ਪੈ ਕੇ ਇਹ ਚੀਜ਼ ਦਾ ਹੱਲ ਕਰਵਾ ਸਕਦੇ ਨੇ, ਪਰ ਕਰਵਾਉਣਾ ਨਹੀਂ। ਜੇ ਕਰਵਾ ਲਿਆ ਤਾਂ ਰਾਜਨੀਤੀ ਚੱਲਣੀ ਹੈ। ਜਦੋਂ ਪੁੱਠਾ ਟੰਗਿਆ ਹੁੰਦਾ ਨਾ CIA ਸਟਾਫ 'ਚ, ਤੋਤੇ ਵਾਂਗੂ ਬੋਲਦਾ ਬੰਦਾ, ਜਾਂ ਤਾਂ ਉਹ ਤੋਂ ਉਹ ਲੈਵਲ ਦੀ ਪੁੱਛ ਪੜਤਾਲ ਨਹੀਂ ਹੋਈ ਜਾਂ ਕੀਤੇ ਨਹੀਂ। ਇਹ ਕੁਛ ਨਹੀਂ ਕਰ ਸਕਦੇ ਜੀ। ਫਿਰ ਕਹਿੰਦੇ ਤੁਸੀਂ ਸਰਸੇ ਵਾਲੇ ਦੇ ਚੇਲੇ ਬਣਦੇ ਹੋ। ਸਰਸੇ ਵਾਲੇ ਦੇ ਚੇਲੇ ਲੋਕ ਕਿਉਂ ਨਾ ਬਣਨ ਇਹ ਜਾ ਕੇ, ਜਦੋਂ ਤੁਸੀਂ ਉਹਨਾਂ ਦੀਆਂ ਵੰਗਾਰਾਂ ਨਹੀਂ ਪੂਰੀਆਂ ਕਰਨੀਆਂ। ਅੱਜ ਤੱਕ ਸਾਡੀਆਂ ਇਨਵੈਸਟੀਗੇਸ਼ਨ ਏਜੰਸੀਆਂ ਪੰਜਾਬ ਦੀ, ਜਿਹੜੀ ਕਿ ਇੰਡੀਆ ਦੇ ਵਿੱਚ 1 ਨੰਬਰ 'ਤੇ ਪੁਲਿਸ ਮੰਨੀ ਜਾਂਦੀ ਹੈ, ਠੀਕ ਹੈ ਜੀ, ਉਹ ਇੰਨੀ ਕੁ ਗੱਲ ਨਹੀਂ ਕਹਾ ਸਕੀ ਇਹਨਾਂ ਤੋਂ ਵੀ ਤੈਨੂੰ ਭੇਜਿਆ ਕਿਹਨੇ ਆ ਔਰ ਤੂੰ ਕਰਨ ਕੀ ਆਇਆ। ਹੁਣ ਅਸੀਂ ਜਿਵੇਂ ਕੋਰਟ ਦੇ ਵਿੱਚ ਬਲਾਸਟ ਹੋਇਆ, ਇਹ ਦੇਖੋ ਬਲਾਸਟ ਦਾ ਕੋਈ ਕਾਰਨ ਤਾਂ ਬਣਦਾ ਨਹੀਂ। ਨਾ ਸਾਡੇ ਪੰਜਾਬ ਦੇ ਵਿੱਚ ਅੱਤਵਾਦ ਹੈ, ਨਾ ਸਾਡੇ ਪੰਜਾਬ ਦੇ ਵਿੱਚ ਕੋਈ ਇਹੋ ਜਿਹੀ ਕਹਾਣੀ। ਜਿੱਦਾਂ ਸਿੰਘੂ ਦੀ ਘਟਨਾ ਤੇ ਵੀ ਕਈ ਸਵਾਲ ਚੁੱਕੇ ਗਏ, ਜੋ ਨਿਹੰਗ ਸਿੰਘਾਂ ਨੇ ਸੋਧਾ ਲਾਇਆ, ਉਹ ਤੇ ਵੀ ਕਈ ਸਵਾਲ ਉੱਠੇ ਜੀ, ਬਈ ਤੁਸੀਂ ਕੋਈ ਸਬੂਤ ਦਿਓ ਇੱਦਾਂ ਦਾ ਕੰਮ ਕੀਤਾ ਗਿਆ। ਤੇ ਇੱਥੇ ਸੋਧਾ ਲਾਇਆ ਗਿਆ ਤੇ ਬੰਦੇ ਦੀ ਪਹਿਚਾਣ ਵੀ ਨਹੀਂ ਕਰ ਸਕਦਾ ਪ੍ਰਸ਼ਾਸਨ ਵੀ ਕੌਣ ਸੀਗਾ, ਕਿੱਥੋਂ ਆਇਆ। ਇਨਸਾਫ ਦਿਵਾਉਣ ਦੀ ਤਾਂ ਗੱਲ ਕਰਦੇ ਨੇ ਜੀ, ਅੱਗੇ ਇਹ ਗਰੰਟੀ ਕਿਉਂ ਨਹੀਂ ਦਿੰਦੇ ਕਿ ਜੇ ਤੁਸੀਂ ਸਾਡੀ ਸਰਕਾਰ ਲਿਆਵੇਂਗੇ ਹੋ, ਅਸੀਂ ਇੱਦਾਂ ਦਾ ਸਿਸਟਮ ਬਣਾਵਾਂਗੇ ਕਿ ਅੱਗੇ ਨੂੰ ਬੇਅਦਬੀ ਕਰਨ ਬਾਰੇ ਕੋਈ ਸੋਚੂਗਾ ਵੀ ਨਹੀਂ, ਉੱਧਰ ਜਾਊਗਾ ਵੀ। ਸਾਡੇ ਅਕਾਲ ਤਖਤ ਦਾ ਜਥੇਦਾਰ ਜਿਹੜਾ ਅਕਾਲੀ ਦਲ ਨੂੰ ਪੁੱਤ ਕਹਿੰਦਾ ਤੇ SGPC ਨੂੰ ਮਾਂ ਕਹਿੰਦਾ, ਤੂੰ ਅਕਾਲ ਤਖਤ ਦਾ ਜਥੇਦਾਰ ਹੈ, ਤੇਰੇ ਮੂੰਹ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਸਾਡਾ ਇਤਿਹਾਸ ਕਿਉਂ ਨਹੀਂ ਸਾਂਭਿਆ ਜਾਂਦਾ ਜੀ? ਅਸੀਂ ਪਾਕਿਸਤਾਨ ਘੁੰਮ ਕੇ ਆਏ ਹਾਂ, ਸਾਡੀ ਵਿਰਾਸਤ ਸਾਰੀ ਉੱਥੇ ਉੱਦਾਂ ਹੀ ਸਾਂਭੀ ਪਈ ਆ। ਨਾਲੇ ਕਿਹਾ ਜਾ ਰਿਹਾ ਸਾਡਾ ਦੁਸ਼ਮਣ ਦੇਸ਼ ਆ ਉਹ। ਸਿੱਖਾਂ ਦੀ ਸਾਰੀ ਵਿਰਾਸਤ ਆ ਜਿਹੜੀ ਸਾਂਭੀ ਪਈ ਆ। ਬੀਤੇ ਦਿਨੀ ਸਿੱਖਾਂ ਦੇ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਅਨੇਕਾਂ ਅਜਿਹੀਆਂ ਘਟਨਾਵਾਂ ਨੇ ਜਿਹੜੀਆਂ ਸਾਹਮਣੇ ਆ ਰਹੀਆਂ ਨੇ, ਜਿਸ ਤੋਂ ਬਾਅਦ ਸਿੱਖ ਹਿਰਦਿਆਂ ਨੂੰ ਕਾਫੀ ਠੇਸ ਪਹੁੰਚੀ ਆ, ਕਾਫੀ ਸੱਟ ਵੱਜੀ ਆ। ਤੇ ਇਸ ਸੰਬੰਧੀ ਸਾਡੇ ਨਾਲ ਐਡਵੋਕੇਟ ਸਾਹਿਬ ਨੇ, ਉਹਨਾਂ ਨਾਲ ਕਰਾਂਗੇ ਗੱਲ, ਤੇ ਉਹ ਕਿਸ ਤਰ੍ਹਾਂ ਦੇਖਦੇ ਨੇ ਇਹ ਜਿਹੜੀਆਂ ਘਟਨਾਵਾਂ ਨੇ ਹੋ ਰਹੀਆਂ ਨੇ, ਜਿਹੜੀਆਂ ਬਾਜਵਾ ਸਾਹਿਬ ਨੇ ਸਾਡੇ ਨਾਲ, ਉਹਨਾਂ ਨਾਲ ਕਰਦੇ ਹਾਂ ਗੱਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਿਸ ਤਰ੍ਹਾਂ ਦੇਖਦੇ ਹੋ ਬਾਜਵਾ ਸਾਹਿਬ, ਜਿਹੜੀਆਂ ਇਹ ਘਟਨਾਵਾਂ ਨੇ ਜਿਹੜੀਆਂ ਹੋ ਰਹੀਆਂ ਨੇ, ਜ਼ਿਆਦਾਤਰ ਜਿਹੜੀਆਂ 2014 ਤੋਂ ਇਹ ਘਟਨਾਵਾਂ ਸਾਹਮਣੇ ਆ ਰਹੀਆਂ ਨੇ, ਸਿੱਖ ਹਿਰਦਿਆਂ ਨੂੰ ਕਾਫੀ ਸੱਟ ਵੱਜ ਰਹੀ ਆ, ਜਿਹੜੀਆਂ ਸਜ਼ਾਵਾਂ ਨੇ ਉਹ ਵੀ ਸਹੀ ਨਹੀਂ ਮਿਲ ਰਹੀਆਂ। ਕਿਸ ਤਰ੍ਹਾਂ ਦੇਖ ਰਹੇ ਹੋ, ਕੀ ਘਾਟ ਆ ਸਾਡੇ ਕਾਨੂੰਨ ਦੇ ਵਿੱਚ? ਕਿਉਂ ਨਹੀਂ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਪ੍ਰੋਪਰ ਬਣਦੀ ਮਿਲ ਰਹੀ? ਕਿਉਂ ਨਹੀਂ ਇਹ ਘਟਨਾਵਾਂ ਰੁਕ ਰਹੀਆਂ? ਹਾਂਜੀ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਜੀ, ਇਹ ਜਿਹੜੇ ਲੋਕ ਬੇਅਦਬੀਆਂ ਕਰਦੇ ਨੇ, ਚਾਹੇ ਕੋਈ ਗੀਤਾ ਦੀ ਕਰਦਾ ਹੈ, ਚਾਹੇ ਕੋਈ ਬਾਈਬਲ ਦੀ ਕਰਦਾ ਹੈ, ਚਾਹੇ ਕੋਈ ਕੁਰਾਨ ਦੀ, ਚਾਹੇ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕਰਦਾ ਹੈ, ਇਹਨਾਂ 'ਚੋਂ ਕਿਸੇ ਨੇ ਕੋਈ ਗ੍ਰੰਥ ਨਹੀਂ ਪੜ੍ਹਿਆ ਹੋਇਆ ਜੀ। ਜੇ ਇਹਨਾਂ ਨੇ ਐਟਲੀਸਟ ਇੱਕ ਲਾਈਨ ਵੀ ਪੜ੍ਹੀ ਹੋਵੇ ਤਾਂ ਉਹ ਇਹੋ ਜਿਹੀਆਂ ਹਰਕਤਾਂ ਨਾ ਕਰਨ ਜੀ, ਠੀਕ ਹੈ ਜੀ। ਬਾਕੀ ਜੇ ਰਾਜਨੀਤਿਕ ਵਾਲੇ ਪਾਸੇ ਆ ਜਾਈਏ, ਰਾਜਨੀਤਿਕ ਬੰਦਾ ਕੋਈ ਧਰਮੀ ਨਹੀਂ ਹੋ ਸਕਦਾ ਜੀ, ਠੀਕ ਹੈ ਜੀ। ਪਰ ਜਿਹੜੀਆਂ ਹੁਣ ਜੇ ਆਪਾਂ ਕਰੰਟ ਅਫੇਅਰਸ ਦੀ ਗੱਲ ਕਰਦੇ ਹਾਂ, ਜੋ ਹਰਿਮੰਦਰ ਸਾਹਿਬ ਸਾਡੇ ਬੇਅਦਬੀ ਹੋਈ ਹੈ ਜੀ, ਔਰ ਇਹਦਾ ਜੋ ਨਤੀਜਾ ਨਿਕਲਿਆ ਜੀ, ਇਹਦੇ ਵਿੱਚ ਜੋ ਸੋਧਾ ਲਾਇਆ ਗਿਆ ਉਹ ਬੰਦੇ ਨੂੰ, ਉਹ ਰੋਹ ਹੈ ਸਿੱਖ ਸੰਗਤ ਦਾ। ਇੱਕ ਕ੍ਰਾਈਮ ਹੁੰਦਾ ਹੈ ਕੋਈ ਵੀ, ਚਾਹੇ ਕਿਸੇ ਦੇ ਕੋਈ ਸੱਟ ਮਾਰ ਦੇਵੇ, ਚਾਹੇ ਕਿਸੇ ਦਾ ਕੋਈ ਕਤਲ ਕਰ ਦੇਵੇ, ਉਹ ਜਿਹੜਾ ਅਗਰੀਬਡ ਪਰਸਨ ਹੈ ਉਹਦੇ ਨਾਲ ਇੱਕ ਪਰਿਵਾਰ ਜਾਂ ਇੱਕ ਬੰਦਾ ਇਕੱਲਾ ਇੰਡੀਵਿਜੂਅਲ, ਉਹ ਬੰਦਾ ਇਫੈਕਟ ਹੁੰਦਾ ਹੈ। ਪਰ ਜੋ ਉਹ ਬੰਦਾ ਇੱਕ ਕ੍ਰਾਈਮ ਕਰਕੇ ਆਇਆ ਉੱਥੇ ਹਰਿਮੰਦਰ ਸਾਹਿਬ ਜੀ, ਟੱਪ ਕੇ ਚਲੇ ਗਿਆ ਵਾਰਡ, ਲੱਗਿਆ ਸੀ ਬੇਅਦਬੀ ਕਰਨ, ਜਾਂ ਜਿੰਨਾ ਕੁ ਉਹਨੂੰ ਦੱਸਿਆ ਹੋਇਆ ਸੀ ਉਹਨੇ ਉਨਾ ਕੀ ਕੀਤਾ ਜੀ। ਜੇ ਉਹ ਪੈਰ ਧਰਿਆ ਉਹ ਅੱਗੇ ਵੀ ਜਾ ਸਕਦਾ ਸੀ ਥੋੜ੍ਹਾ ਜਿਹਾ, ਜਾਂ ਉਹਨੇ ਕਰਨਾ ਹੀ ਇੰਨਾ ਕੁ ਸੀਗਾ ਜਿੰਨਾ ਕੁ ਉਹਨੂੰ ਦੱਸਿਆ ਹੋਇਆ ਸੀਗਾ।
ਉਹਦੇ ਇਸ ਐਕਟ ਦੇ ਨਾਲ ਪੰਜਾਬ, ਭਾਰਤ, ਕੋਈ ਵੀ ਧਰਮੀ ਬੰਦਾ ਹੈ ਜੀ, ਚਾਹੇ ਉਹ ਕਿਸੇ ਵੀ ਧਰਮ ਦਾ ਹੈ, ਚਾਹੇ ਉਹ ਕ੍ਰਿਸਚਨ ਹੈ, ਚਾਹੇ ਉਹ ਮੁਸਲਿਮ ਹੈ, ਚਾਹੇ ਉਹ ਹਿੰਦੂ ਹੈ, ਸਿੱਖਾਂ ਦੇ ਤਾਂ ਹੋਇਆ ਹੀ ਆ, ਉਹਦੇ ਦਿਲ ਬਲੂੰਦਰੇ ਗਏ ਆ ਜੀ। ਕਿਉਂਕਿ ਹਰਿਮੰਦਰ ਸਾਹਿਬ ਇੱਕ ਐਸੀ ਸੰਸਥਾ ਹੈ ਜਿੱਥੋਂ ਸਾਡੇ ਬਜ਼ੁਰਗ ਜਿਨ੍ਹਾਂ ਨੇ ਜਮਰੌਦ ਦੇ ਕਿਲੇ ਤੱਕ ਉੱਥੋਂ ਮੱਥੇ ਟੇਕ ਕੇ ਜਿੱਤੇ ਨੇ ਜੀ, ਉੱਥੇ ਅਰਦਾਸੇ ਸੋਧ ਕੇ ਜਿੱਤੇ ਨੇ ਜੀ। ਸਾਨੂੰ ਉੱਥੋਂ ਸ਼ਕਤੀ ਮਿਲਦੀ ਰਹੀ ਹੈ। ਅਬਦਾਲੀ ਵਰਗਿਆਂ ਨੇ ਉਹਨੂੰ ਢਾਉਣ ਪੂਰਨ ਦੀ ਕੋਸ਼ਿਸ਼ ਕੀਤੀ ਹੈ ਵੀ ਇਹਨਾਂ ਨੂੰ ਇੱਥੋਂ ਸ਼ਕਤੀ ਮਿਲਦੀ ਹੈ ਜੀ। ਠੀਕ ਹੈ ਜੀ। ਸਾਡਾ ਉਹ ਦਿਲ ਹੈ ਜੀ। ਜਦੋਂ ਬੰਦਾ ਹੁਣ ਹਾਰ ਕੇ ਉੱਥੇ ਹੀ ਪਹੁੰਚ ਗਿਆ ਸਿਰੇ, ਜਦੋਂ ਕੇਸਗੜ੍ਹ ਸਾਹਿਬ ਦੇ ਵਿੱਚ ਘਟਨਾ ਹੋਈ ਹੈ, ਸਾਨੂੰ ਉਦੋਂ ਵੀ ਬਹੁਤ ਫੀਲ ਹੋਇਆ ਸੀ ਵੀ ਬੰਦਾ ਇੱਥੇ ਤੱਕ ਪਹੁੰਚ ਗਿਆ। ਖਾਲਸੇ ਦਾ ਘਰ ਆ ਉਹ, ਜਿਹੜਾ ਅੰਮ੍ਰਿਤਧਾਰੀ ਸਿੱਖ ਹੈ ਇੱਕ, ਉਹਦਾ ਘਰ ਮੰਨਦਾ ਉਹਨੂੰ ਆਪਦਾ। ਠੀਕ ਹੈ ਜੀ। ਪਰ ਇਸ ਵਾਰ ਤਾਂ ਸਾਡੇ ਤਖਤ ਪਹੁੰਚ ਗਿਆ, ਸਾਡੇ ਹਰਿਮੰਦਰ ਸਾਹਿਬ ਪਹੁੰਚ ਗਿਆ ਜੀ। ਉੱਥੇ ਫਿਰ ਜੋ ਸੰਗਤ ਦਾ ਰੋਹ ਸੀ ਜੀ, ਉਹ ਫਿਰ ਜਾਇਜ਼ ਸੀ, ਕਿਉਂਕਿ ਉਹ ਸਡਨ ਪ੍ਰੋਵੋਕੇਸ਼ਨ ਸੀ। ਇੱਕ ਸਡਨ ਪ੍ਰੋਵੋਕੇਸ਼ਨ ਕੀ ਹੁੰਦੀ ਹੈ, ਮੰਨ ਲਓ ਤੁਹਾਡੇ ਸਾਹਮਣੇ ਇੱਕ ਇਹੋ ਜਿਹਾ ਐਕਟ ਹੋ ਗਿਆ, ਤੁਸੀਂ ਉਹ ਐਕਟ ਦੇ ਨਾਲ ਤੁਹਾਡੀ ਰੋਹ ਦਾ ਉਹ ਗ੍ਰੈਵਿਟੀ ਪਹੁੰਚ ਗਈ ਵੀ ਤੁਸੀਂ ਆਪਣੇ ਆਪ 'ਤੇ ਕੰਟਰੋਲ ਨਹੀਂ ਕਰ ਸਕੇ, ਤੁਸੀਂ ਉਹ ਬੰਦੇ ਦਾ ਉੱਥੇ ਸੌਦਾ ਲਾਤਾ। ਹਰਿਮੰਦਰ ਸਾਹਿਬ ਦੇ ਵਿੱਚ ਬਿਲਕੁਲ ਉਹ ਹੋਇਆ, ਔਰ ਮੈਂ ਕਹਿੰਦਾ ਬਿਲਕੁਲ ਦਰੁਸਤ ਹੋਇਆ। ਅਗਲੀ ਗੱਲ, ਇਹ ਕਿਉਂ ਹੋਇਆ? ਇਹ ਤਾਂ ਹੋਇਆ ਜੀ 2014-15 ਤੋਂ ਲਾ ਲਓ ਤੁਸੀਂ, ਬਾਈਬਲ ਕਲਾਂ ਕਾਂਡ ਜੀ, ਉਹ ਤੋਂ ਬਾਅਦ ਅਲੱਗ-ਅਲੱਗ ਜਗ੍ਹਾ 'ਤੇ ਪਿੰਡਾਂ 'ਚ ਕੀ ਜੀ, ਕਿਤੇ ਗੁਟਕੇ ਪਾੜ ਕੇ ਸਿੱਟੇ, ਸਾਡੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਸਿੱਟੇ ਜੀ। ਠੀਕ ਹੈ ਜੀ। ਪ੍ਰਸ਼ਾਸਨ ਦੇ ਹਵਾਲੇ ਕਰ ਦਿੱਤੇ ਜਾਂਦੇ ਸੀ ਬੰਦੇ। ਆ ਜਾ ਕੇ 295 ਇਹ ਚਲੋ ਅੰਦਰ ਜੀ। ਰਿਮਾਂਡ ਇੱਕ ਦੇ ਦਿਨ ਦਾ ਰਿਮਾਂਡ ਲੈਂਦੀ ਹੈ ਪੁਲਿਸ ਪੁੱਛ ਪੜਤਾਲ ਕਰਨ ਲਈ। ਪੁਲਿਸ, CBI ਜਾਂ ਕੋਈ ਵੀ ਇਨਵੈਸਟੀਗੇਸ਼ਨ ਏਜੰਸੀ ਰਿਮਾਂਡ ਲੈਂਦੀ ਸੀ ਇਹਨਾਂ ਦੇ। ਰਿਮਾਂਡ ਤੋਂ ਬਾਅਦ ਜੁਡੀਸ਼ੀਅਲ, ਉਹ ਰਿਮਾਂਡ ਦੇ ਵਿੱਚ ਕੀ ਪੁੱਛ ਪੜਤਾਲ ਹੋਈ ਹੈ, ਕੀ ਹੋਇਆ ਕੀ ਨਹੀਂ ਹੋਇਆ, ਕਈਆਂ ਦੇ ਤਾਂ ਪਤਾ ਹੀ ਨਹੀਂ ਲੱਗਿਆ ਵੀ ਇਹ ਬੰਦੇ ਕੌਣ ਸੀਗੇ ਜੀ। ਜਦੋਂ ਕਿ ਸਾਡੇ ਕੋਲ ਇੰਨੀ ਟੈਕਨੋਲੋਜੀ ਆ, ਤੁਸੀਂ ਅੰਗੂਠਾ ਲਾਓ, ਬਾਇਓਮੈਟ੍ਰਿਕ, ਉਹਦਾ ਸਾਰੀ ਹਿਸਟਰੀ ਨਿਕਲ ਆਉਂਦੀ ਆ ਜੀ। ਠੀਕ ਹੈ ਜੀ। ਸਾਡੀ ਫੋਰੈਂਸਿਕਸ ਜਿਹੜੀ ਸਾਇੰਸ ਹੈ, ਸਾਡੀ ਫੋਰੈਂਸਿਕ ਸਾਇੰਸ ਉਹ ਲੈਵਲ 'ਤੇ ਪਹੁੰਚ ਚੁੱਕੀ ਹੈ ਜੀ ਵੀ ਮੈਂ ਇੱਕ ਗੱਲ ਦਾ ਧਾਰਨੀ ਹੈ ਜੀ, ਜੇ ਪੁਲਿਸ ਚਾਹੇ ਬਾਲ ਦੀ ਖੱਲ ਉਤਾਰ ਕੇ ਰੱਖ ਦੇਵੇ ਜੀ। ਮਹਾਰਾਣੀ ਦਾ ਪਰਸ ਚੋਰੀ ਹੁੰਦਾ ਹੈ ਜੀ, 24 ਘੰਟੇ 'ਚ ਲੱਭ ਲਿਆ ਜਾਂਦਾ। ਠੀਕ ਹੈ ਜੀ। ਇਹ ਮੇਰਾ ਪਰਸਨਲ ਵਿਊ ਹੈ ਜੀ, ਕਿਉਂਕਿ ਸਾਡਾ ਵੀ ਕਿਤੇ ਨਾ ਕਿਤੇ ਸੰਬੰਧ ਰਹਿੰਦਾ ਇਹਨਾਂ ਦੇ ਨਾਲ, ਪੁਲਿਸ ਡਿਪਾਰਟਮੈਂਟ ਨਾਲ। ਇਹ ਜੇ ਚਾਹੁਣ ਜੀ ਤਾਂ, ਕਿਉਂਕਿ ਇੰਟੈਲੀਜੈਂਟ ਵੀ ਬਹੁਤ ਨੇ ਪੁਲਿਸ ਆਫੀਸਰ, ਇਨਵੈਸਟੀਗੇਸ਼ਨ ਕਰਦੇ ਨੇ ਉਹ ਲੈਵਲ 'ਤੇ, ਸਭ ਕੁਝ ਕਰ ਸਕਦੇ ਨੇ। ਕਿਉਂ ਨਹੀਂ ਕਰ ਰਹੇ, ਇਹ ਰੱਬ ਜਾਣਦਾ ਹੈ। ਇਹਦੀ ਹੁਣ ਉਦਾਹਰਨ ਤੁਹਾਨੂੰ ਮੈਂ ਇੱਕ ਦਿੰਦਾ, ਜਿਹੜੀ ਮੈਂ ਗੱਲ ਕਰ ਰਿਹਾ ਵੀ ਹੋਇਆ ਕਿਉਂ। ਹੁਣ ਆਪਣੇ ਲੋਕਲ ਇੱਥੇ ਤਰਖਾਣਾ ਮਾਜਰਾ ਜੀ, ਅਤੇ ਨਾਲ ਹੀ ਇੱਕ ਸੌਂਡਾ, 2 ਪਿੰਡ ਨੇ ਜੀ। ਪਿਛਲੇ ਸਾਲ ਉੱਥੇ ਬੇਅਦਬੀ ਹੋਈ ਹੈ ਜੀ। ਉਹ ਬੰਦੇ ਨੇ ਪਹਿਲਾਂ ਸੌਂਡੇ ਬੇਅਦਬੀ ਕੀਤੀ, ਉਹ ਤੋਂ ਬਾਅਦ ਉਹਨੇ ਆ ਕੇ ਤਰਖਾਣ ਮਾਜਰੇ ਬੇਅਦਬੀ ਕੀਤੀ। ਉੱਥੋਂ ਦਾ ਜਿਹੜਾ ਸੇਵਾਦਾਰ ਸੀ ਉਹਨੇ ਫੜ ਲਿਆ, ਗ੍ਰੰਥੀ ਸਿੰਘ ਸੀ ਜਿਹੜਾ। ਬੜੀਆਂ ਜਥੇਬੰਦੀਆਂ ਉੱਥੇ ਇਕੱਠੀਆਂ ਹੋਈਆਂ ਜੀ, ਕਿਉਂਕਿ ਇੱਕ ਬੰਦਾ 2 ਜਗ੍ਹਾ ਬੇਅਦਬੀ ਕਰਕੇ ਆਇਆ, ਜਿਵੇਂ ਚੱਲਿਆ ਹੋਇਆ ਸੀ। ਅੱਗੇ ਉਹਨੇ ਪਤਾ ਨਹੀਂ ਕਿੱਥੇ ਕਿੱਥੇ ਜਾਣਾ ਸੀ ਜੀ। ਠੀਕ ਹੈ ਜੀ। ਕਿਹਨੇ ਛੱਡਿਆ ਸੀ? ਕਿਸਾਨ ਅੰਦੋਲਨ ਚੱਲ ਰਿਹਾ ਸੀ ਜੀ ਉੱਧਰ ਜੀ। ਠੀਕ ਹੈ ਜੀ। ਪਿਛਲੇ ਸਾਲ ਦੀ ਗੱਲ ਹੈ, 20 ਦੀ ਗੱਲ ਹੈ। ਅਤੇ ਹੈ ਵੀ ਬੰਦਾ ਪੰਜਾਬੀ ਸੀ, ਜੋ ਬਾਅਦ 'ਚ ਪਤਾ ਲੱਗਿਆ। ਉਹ ਫੜ ਲਿਆ ਜੀ ਪ੍ਰਸ਼ਾਸਨ ਨੇ, ਕਿਉਂਕਿ ਥਾਣਾ ਨਾਲ ਹੀ ਹੈ। ਉੱਥੇ ਜਥੇਬੰਦੀਆਂ ਇਕੱਠੀਆਂ ਹੋਈਆਂ ਜੀ, ਉਹ 'ਤੇ 295 ਇਹ ਲਾਈ ਗਈ, ਔਰ ਉਹ 'ਤੇ ਯੂਪਾ ਵੀ ਲਾਇਆ ਗਿਆ ਜੀ। ਜੋ ਜਥੇਬੰਦੀਆਂ ਦੀ ਮੰਗ ਸੀ ਵੀ ਇਹ ਤਾਂ ਹੁਣ ਪਾਣੀ ਸਿਰ ਤੋਂ ਲੰਘ ਚੁੱਕਿਆ ਜੀ, ਇਹ ਬੰਦੇ 'ਤੇ ਆ ਵੀ ਜਿਹੜੀ ਹੈਗੀ ਹੈ ਲਾਓ, ਇਹ ਲਾਓ ਇਹਦੇ 'ਤੇ ਜੀ। ਉਹ ਲਾਓ ਉਹਦੇ 'ਤੇ ਲੱਗਾ। ਚਲੋ ਲੋਕਾਂ ਨੇ ਹਾਈਵੇ ਖੋਲ੍ਹਿਆ, ਜੋ ਉਹਨਾਂ ਨੇ ਜਾਮ ਕੀਤਾ ਹੋਇਆ ਸੀਗਾ। ਜਥੇਬੰਦੀਆਂ ਜਿੰਨੀਆਂ ਵੀ ਆਈਆਂ ਹੋਈਆਂ ਸੀਗੀਆਂ ਦੂਰੋਂ ਨੇੜਿਓਂ। ਠੀਕ ਹੈ ਜੀ। ਕਿਉਂਕਿ ਇਹ ਇੱਕ ਐਸੀ ਚੀਜ਼ ਹੈ, ਇਹਦੇ ਝੰਡੇ ਥੱਲੇ ਇਕੱਠੇ ਹੋਣ ਲੱਗੇ ਸਿੱਖ ਸੰਗਤ ਸਮਾਂ ਨਹੀਂ ਲਾਉਂਦੀ ਜੀ। ਠੀਕ ਹੈ ਜੀ। ਇਹ ਮੁੱਦਾ ਹੀ ਐਸਾ ਸੀ। ਚਲੋ ਉੱਥੇ ਯੂਪਾ ਲਾਤਾ, 295 ਇਹ ਲਾਤੀ। ਫਤਿਹਗੜ੍ਹ ਸਾਹਿਬ ਅਦਾਲਤ 'ਚ ਪੇਸ਼ ਕੀਤਾ ਗਿਆ, ਬੜੇ ਢੋਲ ਢਮੱਕੇ ਦੇ ਨਾਲ, ਕਹਿ ਲਓ ਢੋਲ ਢਮੱਕੇ ਦੇ ਨਾਲ, ਸੌਰੀ ਮੈਂ ਮਾਫੀ ਚਾਹੁੰਦਾ, ਪਰ ਜਿੰਨੀ ਗਾਰਦ ਲੈ ਕੇ ਆਏ ਨੇ ਜੀ, ਵੀ ਇੱਕ ਪਤਾ ਨਹੀਂ ਜਿਵੇਂ ਬਗਦਾਦੀ ਨੂੰ ਪੇਸ਼ ਕਰਨਾ ਹੁੰਦਾ ਜਿਵੇਂ ਜੀ। ਠੀਕ ਹੈ ਜੀ। ਪੂਰੇ ਰਸਤੇ ਜਾਮ ਕਰਕੇ ਅਸੀਂ ਜਿੰਨਾ ਕਰ ਸਕਦੇ ਸੀ ਬਤੌਰ ਵਕੀਲ ਵਿਰੋਧ ਕੀਤਾ, ਔਰ ਅਸੀਂ ਬਤੌਰ ਸ਼ਹੀਦਾਂ ਦੀ ਧਰਤੀ ਦੀ ਬਾਹਰ ਹੋਣ ਦੇ ਨਾਤੇ ਇੱਕ ਮਤਾ ਪਾਇਆ ਵੀ ਸਾਡੇ
450 ਜਿੰਨੇ ਵੀ ਵਕੀਲ ਸਾਹਿਬਾਨ ਇਹ ਕਚਹਿਰੀ ਦੇ ਵਿੱਚ ਵਕਾਲਤ ਕਰਦੇ ਆ, ਅਸੀਂ ਇਹ ਮਤਾ ਪਾਉਂਦੇ ਆ ਕੋਈ ਵੀ ਬੰਦਾ ਇਸ ਵਿਅਕਤੀ ਵੱਲੋਂ ਡਿਫੈਂਸ ਲਾਇਰ ਨਹੀਂ ਆਊਗਾ ਜੀ। ਅਸੀਂ ਮਤਾ ਪਾਇਆ ਵੀ ਅਸੀਂ ਕੋਈ ਵੀ ਵਕੀਲ ਇਹ ਬੰਦੇ ਦਾ ਕੇਸ ਨਹੀਂ ਲੜਾਂਗੇ ਜੀ। ਕੋਈ ਬਾਹਰੋਂ ਵਕੀਲ ਆਇਆ ਜੀ, ਉਹ ਬਾਅਦ 'ਚ ਆਇਆ ਜੀ। ਇਹ ਗਿਆ ਰਿਮਾਂਡ 'ਚ ਜੀ। ਇਹਦਾ ਰਿਮਾਂਡ ਲਿਆ ਗਿਆ, ਠੀਕ ਹੈ ਜੀ। ਹੁਣ ਇਹਦਾ ਜਿਹੜਾ ਰਿਮਾਂਡ ਲਿਆ ਗਿਆ ਉਹ ਰਿਮਾਂਡ ਦੇ ਵਿੱਚ ਕੀ ਪੁੱਛ ਪੜਤਾਲ ਹੋਈ ਹੈ, ਕਿਹਨੇ ਭੇਜਿਆ, ਕੀ ਕੀਤਾ ਕੀ ਨਹੀਂ ਕੀਤਾ, ਪੁਲਿਸ ਸਭ ਕੁਝ ਕਹਾ ਸਕਦੀ ਹੈ ਜੀ। ਜੀ। ਜਦੋਂ ਪੁੱਠਾ ਟੰਗਿਆ ਹੁੰਦਾ ਨਾ CIA ਸਟਾਫ 'ਚ, ਤੋਤੇ ਵਾਂਗੂ ਬੋਲਦਾ ਬੰਦਾ, ਜੀ। ਜਾਂ ਤਾਂ ਉਹ ਤੋਂ ਉਹ ਲੈਵਲ ਦੀ ਪੁੱਛ ਪੜਤਾਲ ਨਹੀਂ ਹੋਈ ਜਾਂ ਕੀਤੀ ਨਹੀਂ। ਜੀ। ਇਹ ਹੁਣ ਰੱਬ ਜਾਣਦਾ ਜਾਂ ਉਹ ਜਾਣਦੇ ਆ। ਉਹ ਤੋਂ ਬਾਅਦ ਪੇਸ਼ ਕੀਤਾ, ਜੁਡੀਸ਼ੀਅਲ ਚਲੇ ਗਿਆ। ਜੁਡੀਸ਼ੀਅਲ ਚੱਲਣ ਤੋਂ ਬਾਅਦ ਜਾਣ ਤੋਂ ਬਾਅਦ ਇੱਕ ਪ੍ਰੈਸਕ੍ਰਾਈਬ ਟਾਈਮ ਹੁੰਦਾ ਕਿਸੇ ਵੀ ਅਪਰਾਧ ਦਾ। ਜੀ। ਕਿਸ 'ਚ ਮਹੀਨਾ ਹੈ, ਕਿਸ 'ਚ 3 ਮਹੀਨੇ ਨੇ ਜੀ, ਕਿਸ ਕੁਛ ਹੈ ਵੀ ਆਹ ਸਮੇਂ ਦੇ ਦਰਮਿਆਨ ਤੁਸੀਂ ਚਲਾਨ ਟੂ ਕੋਟ ਕਰਨਾ, 173 ਦੀ ਰਿਪੋਰਟ ਹੈ ਜਿਹੜੀ ਉਹ ਪੇਸ਼ ਕਰਨੀ ਹੈ ਜੀ। ਅਦਾਲਤ 'ਚ। ਜੀ। ਉਹ ਤੋਂ ਬਾਅਦ ਅਦਾਲਤ ਹੈ ਜਿਹੜੀ ਉਹ ਚਾਰਜ ਲਾ ਕੇ ਟ੍ਰਾਇਲ ਸ਼ੁਰੂ ਕਰ ਦਿੰਦੀ ਹੈ। ਹੁਣ ਯੂਪਾ ਕਾਨੂੰਨ ਇਹੋ ਜਿਹਾ ਹੈ ਜਿਹਦੇ ਵਿੱਚ ਜ਼ਮਾਨਤ ਤਾਂ ਇੱਕ ਸੁਪਨਾ ਹੀ ਹੈ, ਨਹੀਂ ਹੋ ਸਕਦੀ ਜੀ। ਇਹਦੇ ਵਿੱਚ ਕੀ ਹੁੰਦਾ ਹੈ ਜੀ, ਸਾਨੂੰ ਪਤਾ ਲੱਗਦਾ ਬਾਅਦ ਦੇ ਵਿੱਚ ਵੀ ਤਰਖਾਣ ਮਾਜਰੇ ਵਾਲੇ ਦੋਸ਼ੀ ਦੀ ਜ਼ਮਾਨਤ ਹੋ ਗਈ ਜੀ। ਅਸੀਂ ਬਹੁਤ ਹੈਰਾਨ ਹੋਏ। ਮਿਸਟਰ ਅਮਰਦੀਪ ਸਿੰਘ ਧਾਰਨੀ ਨੇ, ਸਾਡੇ ਸੀਨੀਅਰ ਲਾਇਰ ਨੇ, SGPC ਦੇ ਪੈਨਲ ਤੇ ਨੇ। ਜੀ। ਅਸੀਂ ਉਹਨਾਂ ਕੋਲ ਗਏ ਵੀ ਤੁਸੀਂ SGPC ਤੋਂ ਲੈਟਰ ਮੰਗਵਾਓ, ਪੇਸ਼ ਹੋਵੋ ਇਹਦੇ ਵਿੱਚ। ਜੀ। SGPC ਨੇ ਮਨਜ਼ੂਰੀ ਦੇਤੀ, ਧਾਰਨੀ ਸਾਹਿਬ ਨੇ ਵਕਾਲਤਨਾਮਾ ਵੀ ਲਾਤਾ। ਜੀ। ਉਹ SGPC ਨੂੰ ਰਿਪਰੈਜ਼ੈਂਟ ਕਰਨ ਲੱਗ ਗਏ ਉਹ ਕੇਸ ਦੇ ਵਿੱਚ ਪ੍ਰੋਸੀਕਿਊਸ਼ਨ ਦੇ ਨਾਲ। ਹੁਣ ਉਹ ਬੰਦਾ ਜ਼ਮਾਨਤ ਲੈ ਗਿਆ ਜੀ। ਉਹ ਬੰਦਾ ਜ਼ਮਾਨਤ ਲੈ ਗਿਆ ਪੁਲਿਸ ਦੀ ਅਣਗਹਿਲੀ ਕਰਕੇ। ਜੀ। ਕਿਉਂਕਿ CRPC ਦੇ ਵਿੱਚ ਇੱਕ ਪ੍ਰਾਵਧਾਨ ਹੈ ਵੀ ਜੇ ਪ੍ਰੈਸਕ੍ਰਾਈਬਡ ਸਮੇਂ ਦੇ ਵਿੱਚ ਚਲਾਨ ਟੂ ਕੋਟ ਨਹੀਂ ਕੀਤਾ ਜਾਂਦਾ ਤਾਂ ਡਿਫਾਲਟ ਬੇਲ ਮਿਲ ਜਾਂਦੀ ਹੈ ਬੰਦੇ ਨੂੰ। ਜੀ। ਉਹ ਲੈ ਗਿਆ ਡਿਫਾਲਟ ਬੇਲ। ਕਿਹਦੀ ਅਣਗਹਿਲੀ ਕਰਕੇ? ਤਫਤੀਸ਼ੀ ਦੀ ਅਣਗਹਿਲੀ ਕਰਕੇ। ਕੀ ਕਾਰਨ ਸੀ? ਉਹ ਪ੍ਰੈਸਕ੍ਰਾਈਬ ਟਾਈਮ ਦੇ ਵਿੱਚ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਕਰ ਸਕਿਆ। ਜੀ। ਇਨਵੈਸਟੀਗੇਸ਼ਨ 'ਚ ਕੀ ਸੀ ਜੀ, ਉੱਥੇ ਬੰਦੇ ਹਾਜ਼ਰ ਸੀ, ਗ੍ਰੰਥੀਆਂ ਦੀ ਸਟੇਟਮੈਂਟ ਲੈਣੀ ਸੀਗੀ, ਜੋ ਉਹਨੇ ਅੰਗ ਪਾੜੇ ਸੀ ਉਹ ਸਾਰਾ ਕੁਝ ਸਿਸਟਮ ਉਹਨੇ ਲੈ ਕੇ, ਐਡੀ ਬਹੁਤੀ ਲੰਬੀ ਚੌੜੀ ਇਨਵੈਸਟੀਗੇਸ਼ਨ ਉਹਦੇ ਵਿੱਚ ਹੈ ਹੀ ਨਹੀਂ ਸੀ। ਜੀ। ਬੰਦਾ ਕਿੱਥੋਂ ਆਇਆ, ਕਿਵੇਂ ਗਿਆ, ਕਿਵੇਂ ਕੀਤਾ, ਉਹਦਾ ਪਰਿਵਾਰ ਸੀ ਜਿਹੜਾ ਉਹ ਆ ਗਏ ਸੀ, ਕਹਿੰਦੇ ਜੀ ਸਾਡਾ ਹੈਗਾ ਬੰਦਾ ਇਹ ਮੰਦਬੁੱਧੀ ਹੈ, ਉਹਨੂੰ ਮੰਦਬੁੱਧੀ ਕਿਹਾ ਗਿਆ। ਹੁਣ ਇੱਕ ਚੀਜ਼ ਮੈਂ ਇੱਧਰ ਤੁਹਾਨੂੰ ਸਾਈਡ 'ਚ ਕਹੂੰਗਾ, ਜਿੰਨੀਆਂ ਵੀ ਘਟਨਾਵਾਂ ਹੋਈਆਂ ਨੇ ਪੰਜਾਬ ਦੇ ਵਿੱਚ ਤਕਰੀਬਨ ਮੰਦਬੁੱਧੀ ਨੇ। ਜੀ। ਪਰ ਤੁਸੀਂ ਦੇਖੋ ਇਹ ਮੰਦਬੁੱਧੀ ਐਸੇ ਨੇ, ਇੰਨੇ ਸਮਝਦਾਰ ਨੇ ਮੰਦਬੁੱਧੀ ਇਹ, ਇਹਨਾਂ ਨੂੰ ਕੋਈ ਟ੍ਰੇਨ ਟਰੈਕ ਨਹੀਂ ਦਿਖਦਾ, ਇਹਨਾਂ ਨੂੰ ਕੋਈ ਨਹਿਰ ਨਹੀਂ ਦਿਖਦੀ, ਇਹਨਾਂ ਨੂੰ ਕੁਛ ਨਹੀਂ ਦਿਖਦਾ, ਇਹਨਾਂ ਨੂੰ ਸਿਰਫ ਗੁਰੂ ਗ੍ਰੰਥ ਸਾਹਿਬ ਦਿਖਦਾ। ਹੁਣ ਇੱਥੋਂ ਹੀ ਕੱਟ ਕੇ ਮੈਂ ਉਹ ਗੱਲ ਛੱਡ ਕੇ ਇੱਧਰ ਹੋਰ ਆ ਰਿਹਾ। ਕਪੂਰਥਲੇ ਵਾਲਾ ਕਾਂਡ ਹੋਇਆ, ਉਹ 'ਚ ਕਹਿੰਦੇ ਚੋਰੀ ਕਰਨ ਆਇਆ ਸੀ, ਔਰ ਹੁਣ ਇੱਕ ਵੀਡੀਓ ਵੀ ਵਾਇਰਲ ਹੋ ਗਈ। ਜੀ। ਦੇਖੋ ਬਤੌਰ ਵਕੀਲ ਹੋਣ ਦੇ ਨਾਤੇ ਮੈਂ ਤਾਂ ਇਹ ਸ਼ੱਕ ਜ਼ਰੂਰ ਜ਼ਾਹਰ ਕਰੂੰਗਾ, ਉਹ ਬੰਦਾ ਖੜਾ ਸਾਹਮਣੇ, ਉਹਦੀ ਵੀਡੀਓ ਹੈ ਜਿਹੜੀ ਜ਼ਾਹਰ ਦਿਖਾਈ ਹੈ। ਹੁਣ ਸਾਡੀ 42 ਸਾਲ ਦੀ ਉਮਰ ਹੋ ਗਈ, ਮੈਂ ਅੱਜ ਤੱਕ ਕਿਸੇ ਮੰਦਬੁੱਧੀ ਦੀ ਵੀਡੀਓ ਨਹੀਂ ਬਣਾਈ ਬਈ ਖੜੇ ਨੇ। ਜੀ। ਜੇ ਤੁਸੀਂ ਬਣਾਈ ਆ ਤੁਸੀਂ ਮੈਨੂੰ ਦੱਸੋ ਵੀ ਮੰਦਬੁੱਧੀ ਤੁਰਿਆ ਜਾਂਦਾ ਉਹਦੀ ਵੀਡੀਓ ਬਣਾ ਲਵਾਂ ਮੈਂ, ਜਦੋਂ ਕਿ ਉਹ ਕਰ ਕੁਛ ਨਹੀਂ ਰਿਹਾ। ਹਾਂ, ਜੇ ਕੋਈ ਐਕਸਟਰਾ ਆਰਡਨਰੀ ਕੰਮ ਕਰ ਰਿਹਾ ਤੁਸੀਂ ਦੇਖੋਗੇ ਵੀ ਕੀ ਕਰ ਰਿਹਾ। ਉਹ ਬੰਦਾ ਸਿੰਪਲ ਖੜਾ ਹੈ, ਉਹਦੀ ਵੀਡੀਓ ਬਣਾਈ ਹੈ। ਉਹਦੀ ਵੀਡੀਓ ਬਣਾਉਣ ਪਿੱਛੇ ਦੇਖੋ ਇੰਨੇ ਇੰਟੈਲੀਜੈਂਟ ਇਨਵੈਸਟੀਗੇਸ਼ਨ ਆਫੀਸਰ ਹੈਗੇ ਨੇ, ਜੇ ਉਹਨਾਂ ਨੂੰ ਇਹ ਵੀਡੀਓ ਦੀ ਆਥੈਂਟਿਸਿਟੀ ਵੀ ਦੇਖਣੀ ਚਾਹੀਦੀ ਹੈ ਵੀ ਇਹ ਕਿਹਨੇ ਬਣਾਈ ਹੈ, ਕਿਉਂ ਬਣਾਈ ਹੈ, ਕਿਉਂ ਸਾਡੇ ਕੋਲ ਪਹੁੰਚਾਈ ਹੈ। ਅੱਜ ਚੰਨੀ ਸਾਹਿਬ ਦਾ ਵੀ ਬਿਆਨ ਆ ਗਿਆ ਵੀ ਉਹ ਜਿਹੜਾ ਮਾਰਿਆ ਗਿਆ ਹੈ ਉਹ ਆਪਣਾ ਬੇਦੋਸਾ ਹੀ ਮਾਰਿਆ ਗਿਆ, ਉਹਨੇ ਕੋਈ ਇਦਾਂ ਦੀ ਘਟਨਾ ਕੀਤੀ ਨਹੀਂ ਸੀਗੀ, ਉਹ ਵੈਸੇ ਹੀ ਗੁਰੂ ਘਰ ਜਾਂ ਤਾਂ ਚੋਰੀ ਕਰਨ ਦੇ ਭਾਵਨਾ ਨਾਲ ਜਾਂ ਹੋਰ ਕੋਈ ਉੱਥੇ ਗਿਆ ਸੀਗਾ ਤੇ ਉਹ ਬੇਦੋਸਾ ਮਾਰਿਆ ਗਿਆ। ਚੰਨੀ ਸਾਹਿਬ ਵੀ ਕਹਿ ਰਹੇ ਨੇ ਅੱਜ। ਦੇਖੋ ਜੀ ਪਤਾ ਨਹੀਂ ਚੰਨੀ ਸਾਹਿਬ ਨੇ ਹੁਣ ਜਾਂ ਤਾਂ ਕਹਿਤਾ ਹੋਣਾ ਵੀ ਮੈਂ ਇਨਵੈਸਟੀਗੇਸ਼ਨ ਵੀ ਰਿਹਾ, ਇਨਵੈਸਟੀਗੇਟਰ ਵੀ, ਗੱਲ ਤਾਂ ਇੰਨੀ ਆ। ਦੇਖੋ ਚੰਨੀ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਜ਼ਿੰਮੇਵਾਰ ਉਹਦਾ ਉਹਨਾਂ ਦਾ, ਉਹ ਇਨਵੈਸਟੀਗੇਸ਼ਨ ਤੋਂ ਬਿਨਾਂ ਇਹ ਚੀਜ਼ ਕਿਵੇਂ ਕਹਿ ਸਕਦੇ ਨੇ। ਇਹਦੇ ਵਿੱਚ
ਚੋਰੀ ਦੀ ਗੱਲ ਜੇ ਕਰੀਏ, ਗੁਰੂ ਘਰ 'ਚ ਚੋਰੀ ਕਰਨ ਵਾਸਤੇ ਹੈ ਕੀ? ਇੱਕ ਗੋਲਕ ਹੈ ਜੀ, ਗੋਲਕ ਸੇਫ ਪਈ ਆ, ਉਹਦੇ ਵਿੱਚੋਂ 10 ਜਾਂ 20 ਰੁਪਏ ਤੋਂ ਵੱਧ ਨਹੀਂ ਕੋਈ ਚੱਕ ਸਕਦਾ ਜੇ ਚੱਕਣੇ ਚਾਹੇ। ਠੀਕ ਹੈ ਜੀ। ਗੁਰੂ ਘਰ 'ਚ ਚੋਰੀ ਕੀ ਕਰੋਗੇ? ਔਰ ਦੂਜੀ ਗੱਲ, ਉਹ ਦਿੱਲੀ ਤੋਂ ਆਇਆ ਦੱਸਦੇ ਨੇ, ਉਹਨੂੰ ਦਿੱਲੀ ਤੋਂ ਨੇੜੇ ਸਿਰਫ ਇੱਕ ਗੁਰੂ ਘਰੇ ਦਿਖਿਆ ਚੋਰੀ ਵਾਸਤੇ। ਰਸਤੇ 'ਚ ਉਹ ਤੇ ਕੋਈ ਜਾਂ ਉਹ ਤੇ ਪਹਿਲੀ FIR ਸੀ ਕੋਈ, ਜਾਂ ਕਿਸੇ ਕਿਸਮ ਦਾ ਕੁਝ ਵੀ ਸੀ। ਦੇਖੋ, ਗੱਲ ਕਹਿਣ ਨੂੰ ਜੋ ਮਰਜ਼ੀ ਕਹਿ ਲਓ, ਜੇ ਪਰਚਾ ਦੇਣਾ ਇਹਨਾਂ ਨੇ ਦਿਓ ਦੇਣਾ। ਠੀਕ ਹੈ ਨਾ। ਜੇ ਹੁਣ ਇੱਥੇ ਇੱਕ ਮੈਂ ਛੋਟੀ ਜਿਹੀ ਗੱਲ ਹੋਰ ਇੱਕ ਪਾਸੇ ਲੈ ਕੇ ਜਾਊਂਗਾ, ਹੁਣ DSP ਗੁਰਮੀਤ ਸਿੰਘ ਨੇ ਛੱਲੀਆਂ ਵਾਂਗੂ ਟੀਚਰ ਕੁੱਟੇ ਨੇ ਜੀ। ਬਣਦਾ ਕੀ ਸੀ? ਪਹਿਲਾਂ ਉੱਤੇ ਅਨਕਨਸਟੀਟਿਊਸ਼ਨਲ ਤਰੀਕੇ ਨਾਲ ਕੁੱਟਣ ਦੀ FIR ਦਿੰਦੇ, ਬਾਅਦ 'ਚ ਉਹਦੇ 'ਤੇ ਵਿਭਾਗੀ ਕਾਰਵਾਈ ਸ਼ੁਰੂ ਕਰਦੇ। ਉੱਧਰ ਤਾਂ ਇਹ ਇਨਵੈਸਟੀਗੇਸ਼ਨ ਕੋਈ ਹੈ ਨਹੀਂ। ਇਹਨਾਂ ਨੇ ਦੇੜੀ ਹੋਈ ਹੈ, ਇੱਥੇ ਸਾਰੀ ਇਨਵੈਸਟੀਗੇਸ਼ਨ ਕਰਨ ਲੱਗੇ ਹੋਏ ਨੇ ਵੀ ਹਾਂ ਇਹ ਬਸ ਉਹਨਾਂ ਦਾ ਜ਼ੋਰ ਲੱਗਿਆ ਹੋਇਆ ਵੀ ਇਹ ਬੰਦਾ ਇਨੋਸੈਂਟ ਮਾਰਿਆ ਗਿਆ। ਉਹਦਾ ਕਾਰਨ ਕੀ ਹੈ? ਕਿਤੇ ਨਾ ਕਿਤੇ ਸਿੱਖਾਂ ਨੂੰ ਬਦਨਾਮ ਕਰਨ ਦਾ ਮੁੱਦਾ ਵੀ ਹੋ ਸਕਦਾ ਜੀ। ਕਿਉਂਕਿ ਦੇਖੋ, ਸਾਨੂੰ ਗੁਰੂ ਨਾਨਕ ਸਾਹਿਬ ਨੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੀ ਗੱਲ ਸਿਖਾਈ ਹੈ। ਅਸੀਂ ਲੰਗਰ ਵੀ ਆਪਣੀ ਪੁਰਖਿਆਂ ਦੀ ਰਵਾਇਤ ਦੇ ਮੁਤਾਬਕ ਲਾਉਂਦੇ ਹਾਂ, ਦੇਗ ਵੀ ਦਿੰਦੇ ਹਾਂ, ਤੇਗ ਵੀ ਦਿੰਦੇ ਹਾਂ। ਤੇਗ ਹੈ ਜਿਹੜਾ, ਉਹ ਸਬੂਤ ਐਤਕੀ ਮਿਲੇ ਗਿਆ ਇਹਨਾਂ ਨੂੰ। ਉਹ ਮਿਲਿਆ ਕਿਉਂ? ਹਾਰ ਕੇ ਉੱਥੇ ਹੀ ਮੈਂ ਆ ਗਿਆ। ਫਿਰ ਉਹ ਬੰਦਾ ਬੇਲ ਲੈ ਗਿਆ। ਉਹ ਸਾਨੂੰ ਇਨਸਾਫ ਲੈਣ ਦਾ ਪੂਰਾ ਉਹ ਤੇ ਸੀ ਵੀ ਸਾਨੂੰ ਇਨਸਾਫ ਮਿਲੂਗਾ। ਨਾ ਸਾਨੂੰ ਪਤਾ ਲੱਗਿਆ ਉਹ ਕਿੱਥੋਂ ਆਇਆ, ਨਾ ਸਾਨੂੰ ਪਤਾ ਲੱਗਿਆ ਉਹ ਕਿੱਥੇ ਗਿਆ, ਨਾ ਪਤਾ ਲੱਗਿਆ ਉਹ ਕਿਹਨੇ ਭੇਜਿਆ ਸੀਗਾ। ਕੁਛ ਵੀ ਉਹਦੇ ਬਾਰੇ ਸਾਨੂੰ ਨਹੀਂ ਪਤਾ ਲੱਗਿਆ। ਪਰ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਜਿਹੜੇ ਸੌਦੇ ਲਾਏ ਜਾ ਰਹੇ ਨੇ ਇਹ ਨਹੀਂ ਲਾਉਣੇ ਚਾਹੀਦੇ, ਇਹਨਾਂ ਤੋਂ ਪਤਾ ਲੱਗਣਾ ਚਾਹੀਦਾ ਅੱਗੇ ਇਹਨਾਂ ਨੂੰ ਕੌਣ ਭੇਜਦਾ, ਕਿੱਥੋਂ ਆਉਂਦਾ, ਇਹਨਾਂ ਦੀ ਜਾਂਚ ਹੋਣੀ ਚਾਹੀਦੀ ਆ, ਸਖਤ ਪੁਲਿਸ ਪੜਤਾਲ ਆ ਜਿਹੜੀ ਉਹ ਹੋਣੀ ਚਾਹੀਦੀ ਆ। ਪਰ ਪੁਲਿਸ ਪੜਤਾਲ ਤਾਂ ਕੁਛ ਪਤਾ ਹੀ ਨਹੀਂ ਲੱਗ ਰਿਹਾ ਕਿੱਧਰ ਨੂੰ ਜਾਂਦੀ ਆ ਇਹ ਕਾਰਵਾਈ, ਕੀ ਹੋ ਰਿਹਾ ਹੈ। ਅਤੇ ਸੌਦਾ ਲਾਉਣ ਵਾਲਿਆਂ ਨੂੰ ਜਿਹੜਾ ਗਲਤ ਕਹਿ ਰਹੇ ਨੇ, ਫਿਰ ਉਹਨਾਂ ਨੂੰ ਕੀ ਕहेंगे ਜੀ? ਮੈਂ ਬਿਲਕੁਲ ਉਹੀ ਗੱਲ ਤੁਹਾਡੇ ਨਾਲ ਕਰ ਰਿਹਾ ਜੀ। ਇਹ ਤਾਂ ਇੱਕ ਮੁੱਦਾ ਹੈ ਜਿਹਦੇ ਵਿੱਚ ਰਿਮਾਂਡ ਲਿਆ ਗਿਆ, ਪੁੱਛ ਪੜਤਾਲ ਵੀ ਹੋਈ। ਕੇਸਗੜ੍ਹ ਸਾਹਿਬ ਵਾਲੇ ਤੋਂ ਵੀ ਰਿਮਾਂਡ ਲਿਆ ਗਿਆ, ਉਹਦੀ ਵੀ ਪੁੱਛ ਪੜਤਾਲ ਹੋਈ ਹੋਣੀ ਹੈ। ਹੁਣ ਤੱਕ ਜਿੰਨੇ ਦੋਸ਼ੀ ਫੜੇ ਗਏ ਨੇ ਬੇਅਦਬੀ ਦੇ, ਉਹਨਾਂ ਦੀਆਂ ਵੀ ਪੁੱਛ ਪੜਤਾਲਾਂ ਹੋਣੀਆਂ ਨੇ, ਰਿਮਾਂਡ ਵੀ ਲਏ ਗਏ ਹੋਣੇ ਨੇ। ਕੀ 2015-14 ਤੋਂ ਲੈ ਕੇ ਅੱਜ ਤੱਕ ਸਾਡੀਆਂ ਇਨਵੈਸਟੀਗੇਸ਼ਨ ਏਜੰਸੀਆਂ ਪੰਜਾਬ ਦੀ, ਜਿਹੜੀ ਕਿ ਇੰਡੀਆ ਦੇ ਵਿੱਚ 1 ਨੰਬਰ 'ਤੇ ਪੁਲਿਸ ਮੰਨੀ ਜਾਂਦੀ ਹੈ, ਠੀਕ ਹੈ ਜੀ, ਉਹ ਇੰਨੀ ਕੁ ਗੱਲ ਨਹੀਂ ਕਹਾ ਸਕੀ ਇਹਨਾਂ ਤੋਂ ਵੀ ਤੈਨੂੰ ਭੇਜਿਆ ਕਿਹਨੇ ਆ ਔਰ ਤੂੰ ਕਰਨ ਕੀ ਆਇਆ। ਔਰ ਸਭ ਤੋਂ ਵੱਡੀ ਗੱਲ ਦੇਖੋ, ਦਰਬਾਰ ਸਾਹਿਬ ਦੇ ਵਿੱਚ ਜਿਹੜੇ ਬੰਦੇ ਨੇ ਕੀਤੀ ਹੈ ਉਹਦੇ ਬਾਇਓਮੈਟ੍ਰਿਕ ਨਹੀਂ ਮਿਲੇ ਜੀ। ਕਹਿਣ ਨੂੰ ਡਿਜੀਟਲ ਇੰਡੀਆ ਜੀ, ਹਾਲੇ ਤੱਕ ਪਤਾ ਨਹੀਂ ਲੱਗ ਰਿਹਾ ਵੀ ਕੌਣ ਸੀਗਾ, ਉਹ ਕਿੱਥੋਂ ਆਇਆ। ਬਿਲਕੁਲ ਜੀ, ਉਹਦੇ ਬਾਇਓਮੈਟ੍ਰਿਕ ਨਹੀਂ ਮਿਲੇ। ਹੁਣ ਇੱਥੋਂ ਕਿਤੇ ਨਾ ਕਿਤੇ ਇਹ ਸਾਜ਼ਿਸ਼ਾਂ ਦੀ ਬਦਬੂ ਆਉਂਦੀ ਹੈ ਜੀ ਵੀ ਜਿਹੜਾ ਪੰਜਾਬ ਹੈ ਨਾ ਜੀ, ਇਹ ਅੰਦੋਲਨ ਨੇ ਇਕੱਠਾ ਕਰਤਾ ਜੀ। ਜਿਹੜੇ ਛੋਟੇ ਮੋਟੇ ਪਹਿਲਾਂ ਮਤਭੇਦ ਹੈਗੇ ਸੀ ਆਪਸ ਦੇ ਵਿੱਚ, ਇਹ ਜੋ ਅੰਦੋਲਨ ਹੋਇਆ ਇਹਨੇ ਇੱਕ ਤਾਂ ਪੰਜਾਬੀਆਂ ਦੀ ਛਾਪ ਛੱਡਤੀ ਸਾਰੇ ਵਰਲਡ 'ਚ, ਠੀਕ ਹੈ ਜੀ। ਅਤੇ ਦੂਜਾ, ਇਹ ਇੱਕ ਝੰਡੇ ਥੱਲੇ ਇਕੱਠੇ ਹੋ ਗਏ। ਜਿਹਨੂੰ ਇਹ ਉੜਦਾ ਪੰਜਾਬ ਦੱਸਦੇ ਸੀ, ਉਹ ਸੰਘਰਸ਼ੀ ਪੰਜਾਬ ਨਿਕਲਿਆ। ਇਹ ਚੀਜ਼ਾਂ ਦੇਖੋ ਬਰਦਾਸ਼ਤ ਨਹੀਂ ਹੋ ਰਹੀਆਂ। ਇਹ ਕਿਤੇ ਨਾ ਕਿਤੇ ਇਹਦਾ ਕਾਊਂਟਰ ਬਲਾਸਟ ਹੈ ਜੀ। ਇਹ ਅੱਗੇ ਵੀ ਸੰਭਾਵਨਾ ਹੈ ਵੀ ਇਹ ਕੁਛ ਨਾ ਕੁਛ ਅੱਗੇ ਵੀ ਇਸ ਤਰ੍ਹਾਂ ਦਾ ਹੋਣਾ। ਹੁਣ ਅਸੀਂ ਜਿਵੇਂ ਕੋਟ ਦੇ ਵਿੱਚ ਬਲਾਸਟ ਹੋਇਆ, ਇਹ ਦੇਖੋ ਬਲਾਸਟ ਦਾ ਕੋਈ ਕਾਰਨ ਤਾਂ ਬਣਦਾ ਨਹੀਂ। ਨਾ ਸਾਡੇ ਪੰਜਾਬ ਦੇ ਵਿੱਚ ਅੱਤਵਾਦ ਹੈ, ਨਾ ਸਾਡੇ ਪੰਜਾਬ ਦੇ ਵਿੱਚ ਕੋਈ ਇਹੋ ਜਿਹੀ ਕਹਾਣੀ। ਇਹ ਚੀਜ਼ਾਂ ਜਾ ਕਿੱਧਰ ਨੂੰ ਰਹੀਆਂ ਨੇ, ਠੀਕ ਹੈ ਜੀ। ਕਿਤੇ ਨਾ ਕਿਤੇ ਸਾਨੂੰ ਬਦਨਾਮ ਕਰਨ ਦਾ ਹੀ ਇਹ, ਉਹ ਤੁਸੀਂ ਲਾ ਲਓ ਏਜੰਸੀਆਂ ਜਿਹੜੀਆਂ ਕਿਸੇ ਵੀ ਕਿਸਮ ਦੇ ਕੋਈ ਮਨਸੂਬੇ ਰੱਖੀ ਬੈਠੀਆਂ ਨੇ। ਸਾਡੇ ਸਾਹਿਤ 'ਤੇ, ਸਾਡੇ ਸਿੱਖ ਸਾਹਿਤ 'ਤੇ ਹਮਲੇ ਹੋ ਰਹੇ ਨੇ, ਸਾਡੇ ਇਤਿਹਾਸ 'ਤੇ ਹਮਲੇ ਹੋ ਰਹੇ ਨੇ, ਤੋੜੇ ਮਰੋੜੇ ਜਾ ਰਹੇ ਨੇ, ਕੰਟਰੋਵਰਸੀਆਂ ਪੈਦਾ ਕੀਤੀਆਂ ਜਾ ਰਹੀਆਂ ਨੇ। ਕੋਈ ਬੰਦਾ ਕਹਿੰਦਾ ਵੀ ਹਾਂ ਇਸ ਤਰ੍ਹਾਂ ਸੀ ਇਤਿਹਾਸ, ਕੋਈ ਬੰਦਾ ਕਹਿੰਦਾ ਵੀ ਇਸ ਤਰ੍ਹਾਂ ਸੀ ਇਤਿਹਾਸ। 2 ਧੜੇ ਬਣਾਤੇ ਹੋਏ ਨੇ ਇੱਕ ਚੀਜ਼ ਦੇ ਉੱਤੇ। ਇੱਕ ਬੰਦਾ ਸਹਿਮਤ ਹੀ ਨਹੀਂ ਹੈਗਾ। ਮਤ 2-2 3-3 ਮਤ ਬਣਾ ਦਿੱਤੇ ਗਏ ਨੇ। ਇਹ ਕਿਉਂ ਬਣੇ ਨੇ? ਅੱਜ ਤੋਂ 10 ਸਾਲ ਪਹਿਲਾਂ ਇਹੋ ਜਿਹਾ ਕੁਛ ਨਹੀਂ ਸੀ ਹੈ। ਇਹ ਜਾਂ ਤਾਂ ਪ੍ਰਚਾਰਕ ਤਿਆਰ ਕਰਕੇ ਇਹੋ ਜਿਹੇ ਭੇਜੇ ਨੇ ਜਿਹੜੇ ਗਲਤ ਪ੍ਰਚਾਰਦੇ ਨੇ, ਜਾਂ ਜਿਨ੍ਹਾਂ ਦਾ ਜਿਹੜਾ ਗਿਆਨ ਹੈ ਉਹ WhatsApp ਔਰ Google ਤੱਕ ਹੀ ਸੀਮਿਤ ਹੈ, ਜਿਨ੍ਹਾਂ ਨੇ ਕਦੇ ਸਿੱਖ ਇਤਿਹਾਸ ਕਿਤਾਬ ਪੜ੍ਹ ਕੇ ਨਹੀਂ ਦੇਖੀ। ਦੇਖੋ, ਜਦੋਂ ਮਸ਼ੀਨਰੀ ਦੇ ਵਿੱਚ ਕੋਈ ਵੀ ਵਿਦਵਾਨ ਜਾਂ ਪ੍ਰਚਾਰਕ ਤਿਆਰ ਹੁੰਦਾ, ਮੈਂ ਜਿੱਥੋਂ ਤੱਕ ਜਾਣਦਾ ਇਹਨਾਂ ਆਪਣੀਆਂ ਕੌਮ ਦੀਆਂ ਹਸਤੀਆਂ ਬਾਰੇ, ਇਹਨਾਂ ਨੂੰ ਸਭ ਕੁਝ ਪੜ੍ਹਾਇਆ ਜਾਂਦਾ ਹੈ। ਇਹਨਾਂ ਨੂੰ ਕੁਰਾਨ ਵੀ ਪੜ੍ਹਾਈ ਜਾਂਦੀ ਹੈ, ਇਹਨਾਂ ਨੂੰ ਗੀਤਾ ਵੀ ਪੜ੍ਹਾਈ ਜਾਂਦੀ ਹੈ, ਇਹਨਾਂ ਨੂੰ ਬਾਈਬਲ ਵੀ ਪੜ੍ਹਾਈ ਜਾਂਦੀ ਹੈ। ਕਿਉਂਕਿ ਜੇ ਤੁਸੀਂ ਪੜ੍ਹੋਗੇ ਨਹੀਂ ਤੁਹਾਨੂੰ ਪਤਾ ਕਿਵੇਂ ਲੱਗੂਗਾ। ਇਹਨਾਂ ਨੂੰ ਦਸਮ ਗ੍ਰੰਥ ਵੀ ਪੜ੍ਹਾਇਆ ਜਾਂਦਾ ਹੈ। ਤੁਸੀਂ ਫੇਸਬੁੱਕ 'ਤੇ ਦੇਖਿਓ, ਜਿਨ੍ਹਾਂ ਨੇ ਕਦੇ ਜਪਜੀ ਸਾਹਿਬ ਦਾ ਪਾਠ ਪੂਰਾ ਨਹੀਂ ਕੀਤਾ ਹੋਣਾ, ਉਹ ਦਸਮ ਗ੍ਰੰਥ 'ਤੇ ਬੋਲ ਰਹੇ ਨੇ ਜੀ, ਠੀਕ ਹੈ ਜੀ। ਉਹਨੂੰ ਮੰਨਣਾ ਜਾਂ ਨਹੀਂ ਮੰਨਣਾ ਉਹ ਬਾਅਦ ਦੀ ਗੱਲ ਹੈ, ਪਰ ਸਾਡਾ ਧਾਰਮਿਕ ਲਿਟਰੇਚਰ ਤਾਂ ਹੈ ਨਾ ਇੱਕ। ਸਾਡੇ ਕੋਲ ਹੋਰ ਬਚਿਆ ਕੀ ਆ? ਕੁਛ ਸਾਡਾ ਸਰਸਾ ਨਦੀ 'ਚ ਚਲੇ ਗਿਆ, ਕੁਛ 84 ਦੇ ਵਿੱਚ ਸਾੜਤਾ,
ਕੁਛ 328 ਸਰੂਪ ਸਾਡੇ ਇਹਨਾਂ ਨੇ ਮੈਂ ਤਾਂ ਕਹੂੰ ਦੇਤੇ, ਠੀਕ ਹੈ ਜੀ। ਉਹ ਹੁਣ ਜੇ 50 ਸਾਲ ਬਾਅਦ ਸਾਡੇ ਅੱਗੇ ਆਉਣਗੇ, ਕੰਟਰੋਵਰਸੀ ਫੇਰ ਹੋਣੀ ਹੈ ਜੀ। ਉਹ ਤੁਹਾਡੇ ਕੋਲ ਮੁੜ ਕੇ ਆਉਣੇ ਨੇ। ਦੇਖੋ ਜੀ, ਆਹ ਪੁਰਾਤਨ ਗ੍ਰੰਥ ਸਾਹਿਬ ਨੇ, ਇਹ ਪੁਰਾਤਨ ਗ੍ਰੰਥ ਸਾਹਿਬ ਨੇ। ਦੇਖੋ ਇਹਨਾਂ ਵਿੱਚ ਆਹ ਚੀਜ਼ਾਂ ਇਸ ਤਰ੍ਹਾਂ ਲਿਖੀਆਂ ਹੋਈਆਂ ਨੇ। ਇਹ ਸਾਡਾ 5ਵਾਂ ਵੇਦ ਹੈ, ਪੜ੍ਹੋ ਇਹਦੇ ਵਿੱਚ ਆਹ ਚੀਜ਼ਾਂ। ਸਾਡੇ ਵੀ ਐਵੇਂ ਕਹਿੰਦੇ ਨੇ, ਤੁਹਾਡਾ ਵੀ ਐਵੇਂ ਕਹਿੰਦਾ, ਦੇਖ ਲਓ, ਪੜ੍ਹ ਲਓ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਸਾਡੇ ਤੇ ਬੌਧਿਕ ਹਮਲੇ ਬਹੁਤ ਹੋ ਰਹੇ ਨੇ। ਔਰ ਆਹ ਜੋ ਚੀਜ਼ ਨਵੀਂ ਆਈ ਹੈ, ਇੱਕ ਨਵਾਂ ਹੀ ਟਰੈਂਡ ਦੇਖੋ, ਪਹਿਲਾਂ ਆਪਾਂ ਇਹ ਚੀਜ਼ ਬਾਰੇ ਸੋਚਿਆ ਵੀ ਨਹੀਂ ਸੀ, ਕਦੇ ਕਿਆਸ ਵੀ ਨਹੀਂ ਸੀ ਵੀ ਕੀਤਾ ਵੀ ਆਹ ਲੈਵਲ ਦਾ ਸਾਨੂੰ ਚੀਜ਼ ਸਹਿਣੀ ਪੈ ਸਕਦੀ ਹੈ, ਵੀ ਅਸੀਂ ਕਦੇ ਬੇਅਦਬੀ ਸਹਾਂਗੇ ਵੀ, ਗੁਰੂ ਗ੍ਰੰਥ ਸਾਹਿਬ ਦੀ ਅਸੀਂ ਦੇਖਾਂਗੇ, ਸੁਣਾਂਗੇ ਵੀ। ਪਰ ਜਦੋਂ ਹੋਇਆ, ਲੋਕ ਰੋਹ 'ਚ ਆਏ ਨੇ। ਬਾਈਬਲ ਗਲਾਂ ਕਾਂਡ ਹੋਇਆ, ਲੋਕਾਂ ਨੇ ਸ਼ਹੀਦੀਆਂ ਵੀ ਦਿੱਤੀਆਂ ਨੇ, ਠੀਕ ਹੈ ਜੀ। ਸਿੱਟਾਂ ਬਣਾਤੀਆਂ ਉਹਨਾਂ ਨੇ, ਟੀਮਾਂ ਬਣਾਤੀਆਂ ਐਡੀਆਂ ਉਹਨਾਂ ਨੇ, ਕਮੇਟੀਆਂ ਬਣਾਤੀਆਂ ਉਹਨਾਂ ਨੇ, ਰਿਪੋਰਟਾਂ ਵੀ ਪੇਸ਼ ਕਰਤੀਆਂ, ਕਿਸੇ ਨੇ ਮੰਨੀ ਨਹੀਂ ਗੱਲ। ਹੁਣ ਤੁਸੀਂ ਉਹ ਬੰਦੇ ਇਕੱਲੇ ਤੋਂ ਕੀ ਪੁੱਛ ਲੈਣਾ ਸੀਗਾ, ਜਦੋਂ ਤੁਸੀਂ ਇੱਕ ਰਿਟਾਇਰਡ ਜੱਜ ਦੀ, ਇੱਕ ਤੁਸੀਂ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਹੈ ਜਿਹੜੀ, ਜਦੋਂ ਤੁਸੀਂ ਉਹਨੂੰ ਅਥੈਂਟਿਸਿਟੀ ਕੋਈ ਨਹੀਂ ਦਿੰਦੇ। ਦੇਖੋ ਜੀ, ਮੈਂ ਤਾਂ ਇੱਥੋਂ ਤੱਕ ਕਹਿਣਾ, ਮੈਂ ਫੇਸਬੁੱਕ ਜਾਂ ਕੋਈ ਵਟਸਐਪ, ਜੋ ਸੋਸ਼ਲ ਮੀਡੀਆ ਕੋਈ ਵੀ ਹੈ, ਉਹ 'ਤੇ ਆਪਾਂ ਦੇਖਦੇ ਹਾਂ ਨਾ। ਦੇਖੋ, ਇੱਕ ਹੈਲਥੀ ਡਿਬੇਟ ਹੋਣੀ ਚਾਹੀਦੀ ਹੈ। ਤੁਸੀਂ ਡਿਬੇਟ ਕਰ ਰਹੇ ਹੋ, ਕਰੋ, ਪਰ ਸਾਡਾ ਮਿਆਰ ਇੰਨਾ ਗਿਰ ਚੁੱਕਿਆ, ਕਿਤੇ ਨਾ ਕਿਤੇ ਅਸੀਂ ਗਾਲੀ ਗਲੋਚ 'ਤੇ ਉਤਰੇ ਆਉਂਦੇ ਹਾਂ। ਮੈਂ ਤਾਂ ਇੱਥੋਂ ਤੱਕ ਕਹੂੰਗਾ, ਜਿਹੜੇ ਬੰਦੇ ਉਹਨੂੰ ਜੈਨੂਨ ਦੱਸਦੇ ਨੇ ਵੀ ਉਹ, ਇਹ ਕੱਲ੍ਹ ਨੂੰ ਐਂ ਨਾ ਕਹਿ ਦੇਣ ਵੀ ਉਹ ਤਾਂ ਨੇੜਿਓਂ ਮੱਥਾ ਟੇਕਣ ਲੱਗਿਆ ਸੀ ਜੀ ਜਾ ਕੇ। ਕਿਉਂਕਿ ਜਦੋਂ ਤੁਸੀਂ ਸੋਚ ਹੀ ਲਿਆ ਵੀ ਆਹ ਚੀਜ਼ ਅਸੀਂ ਮੰਨਣੀ ਨਹੀਂ, ਤੁਸੀਂ ਉਹਨੂੰ ਮਨਾ ਨਹੀਂ ਸਕਦੇ। ਬਿਲਕੁਲ ਉਵੇਂ ਹੀ ਹੈ ਜਿਵੇਂ ਸਾਨੂੰ ਕੁਛ ਲੋਕ ਬਿੱਲਾਂ ਦੇ ਫਾਇਦੇ ਸਮਝਾਉਂਦੇ ਸੀ। ਇਹ ਚੀਜ਼ ਨੂੰ ਵੀ ਤੁਸੀਂ ਉਸੇ ਐਂਗਲ ਨਾਲ ਦੇਖੋ, ਉਹ ਲੋਕ ਇਹ ਚੀਜ਼ ਕਦੇ ਨਹੀਂ ਸਮਝ ਸਕਦੇ। ਔਰ ਬਾਕੀ ਜਿਹੜੇ ਇਹ ਲੋਕ ਬੇਅਦਬੀਆਂ ਕਰਦੇ ਨੇ, ਇਹ ਧਰਮੀ ਨਹੀਂ ਹੈ ਜੀ, ਨਾ ਹੀ ਇਹਨਾਂ ਦਾ ਕੋਈ ਧਰਮ ਹੈ। ਕਿਉਂਕਿ ਧੌਲ ਧਰਮ ਦਿਆ ਕਾ ਪੂਤ, ਜਿਹੜੇ ਬੰਦੇ 'ਚ ਦਇਆ ਨਹੀਂ ਨਾ ਜੀ, ਉਹ 'ਚ ਧਰਮ ਨਹੀਂ ਹੋ ਸਕਦਾ। ਪਰ ਜਿਹੜੇ ਬੰਦੇ ਨੂੰ ਇੰਨਾ ਨਹੀਂ ਪਤਾ ਵੀ ਮੈਂ ਆਹ ਜਿਹੜਾ ਐਕਟ ਕਰਨ ਜਾ ਰਿਹਾ, ਇਹਦੇ ਨਾਲ ਕਿੰਨੇ ਕਰੋੜਾਂ ਬੰਦਿਆਂ ਦੇ ਜਿਹੜੇ ਦਿਲ ਨੇ ਉਹ ਬਲੂੰਦਰ ਲੈ ਜਾਣੇ ਨੇ। ਅੱਜ ਮੈਂ ਇੰਟਰਵਿਊ ਦੇਖ ਰਿਹਾ ਸੀਗਾ ਜਥੇਦਾਰ ਦੀ, ਆਪਣੇ ਅਕਾਲ ਤਖਤ ਦੇ ਜਥੇਦਾਰ ਸਾਹਿਬ, ਉਹਨਾਂ ਨੇ ਵੀ ਇਹੀ ਗੱਲ ਕਹੀ ਹੈ। ਠੀਕ ਹੈ, ਮੈਨੂੰ ਪਹਿਲੀ ਵਾਰੀ SGPC ਦੀ ਕੋਈ ਆਹ ਚੀਜ਼ ਵਧੀਆ ਲੱਗੀ ਹੈ ਜੀ, ਜਿਹੜੀ ਇਹਨਾਂ ਨੇ ਕੀਤੀ ਹੈ ਸੀਗੀ, ਵੀ ਠੀਕ ਹੈ, ਵੀ ਜੋ ਸਾਡੇ ਉੱਤੇ ਚੜ੍ਹ ਕੇ ਆਇਆ, ਬਿਲਕੁਲ ਇਹ ਸਾਡੇ ਖਾਲਸਾਈ ਰਵਾਇਤਾਂ ਦਾ ਰਿਹਾ ਜੀ। ਇਹ ਤਾਂ ਲੋਕਾਂ ਨੇ ਰੋਜ਼ ਆ ਕਾਨੂੰਨ ਹੱਥ 'ਚ ਲਿਆ ਵੀ ਨਹੀਂ ਇਹਨੂੰ ਕਹਿ ਸਕਦੇ, ਕਿਉਂਕਿ ਇਹ ਸਡਨ ਪ੍ਰੋਵੋਕੇਸ਼ਨ ਹੈ ਜੀ। ਸਡਨ ਪ੍ਰੋਵੋਕੇਸ਼ਨ ਹੈ। ਜਦੋਂ ਹਰਿਮੰਦਰ ਸਾਹਿਬ ਵੀ ਪਹੁੰਚ ਗਿਆ ਬੰਦਾ, ਹੁਣ ਤੱਕ ਪ੍ਰਸ਼ਾਸਨ ਦੇ ਹਵਾਲੇ ਹੁੰਦੇ ਹੀ ਰਹੇ ਨੇ ਜੀ ਲੋਕ। ਕੀ ਉਹੀ ਗੱਲ ਆ ਗਈ ਵੀ ਹੁਣ ਤੱਕ ਕੋਈ ਸਿੱਟਾ ਨਹੀਂ ਨਿਕਲਿਆ? ਜਦੋਂ ਹੁਣ ਤੱਕ ਐਡੀਆਂ ਵੱਡੀਆਂ ਕਮੇਟੀਆਂ ਦਾ ਕੋਈ ਸਿੱਟਾ ਨਹੀਂ ਨਿਕਲਿਆ, ਤੁਸੀਂ ਉਹ ਇਕੱਲੇ ਬੰਦੇ ਤੋਂ ਕੀ ਪੁੱਛ ਲੈਣਾ ਸੀਗਾ ਜੀ? ਠੀਕ ਹੈ ਜੀ। ਔਰ ਉਹ ਬੰਦੇ ਨੇ ਸ਼ਰੇਆਮ ਕੈਮਰੇ ਦੇ ਅੱਗੇ ਕੀਤੀ ਹੈ। ਇਹ ਸ਼ੁਕਰ ਕਰੋ ਜੀ, ਉੱਥੇ ਕੈਮਰਾ ਚੱਲ ਰਿਹਾ ਸੀ, ਨਹੀਂ ਮੰਨਣ ਵਾਲੇ ਨੇ ਇਹ ਵੀ ਨਹੀਂ ਸੀ ਮੰਨਣਾ ਹੈਗਾ ਵੀ ਇਹਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਵੀ ਹੈ ਕਿ ਨਹੀਂ ਕੀਤੀ। ਉਹ ਤਾਂ ਲਾਈਵ ਦਰਬਾਰ ਵਿੱਚ ਚੱਲ ਰਿਹਾ ਸੀ, ਉਹਨੇ ਉੱਥੇ ਆ ਕੇ ਕੋਸ਼ਿਸ਼ ਕੀਤੀ ਹੈ ਜੀ। ਜਿੱਦਾਂ ਸਿੰਘੂ ਦੀ ਘਟਨਾ 'ਤੇ ਵੀ ਕਈ ਸਵਾਲ ਚੁੱਕੇ ਗਏ, ਜੋ ਨਿਹੰਗ ਸਿੰਘਾਂ ਨੇ ਸੋਧਾ ਲਾਇਆ, ਉਹ 'ਤੇ ਵੀ ਕਈ ਸਵਾਲ ਉੱਠੇ ਜੀ, ਬਈ ਤੁਸੀਂ ਕੋਈ ਸਬੂਤ ਦਿਓ ਇੱਦਾਂ ਦਾ ਕੰਮ ਕੀਤਾ ਗਿਆ। ਅਤੇ ਇੱਥੇ ਸੋਧਾ ਲਾਇਆ ਗਿਆ ਅਤੇ ਬੰਦੇ ਦੀ ਪਹਿਚਾਣ ਵੀ ਨਹੀਂ ਕਰ ਸਕਦਾ ਪ੍ਰਸ਼ਾਸਨ ਵੀ ਕੌਣ ਸੀਗਾ, ਕਿੱਥੋਂ ਆਇਆ। ਅਤੇ ਜਿਹੜਾ ਬਲਾਸਟ ਹੋਇਆ ਉਹ 'ਚ ਵੀ ਕੋਈ ਪਹਿਚਾਣ ਨਹੀਂ ਹੋ ਰਹੀ ਜੀ। ਕਿਹਾ ਜਾ ਰਿਹਾ ਕਿ ਉਸਦੇ ਇੱਕ ਟੈਟੂ ਬਣਿਆ ਸੀਗਾ ਖੰਡੇ ਦਾ, ਉਸ ਤੋਂ ਪਤਾ ਲਗਾ ਰਹੇ ਹਾਂ ਵੀ ਕੌਣ ਸੀਗਾ। ਬਲਾਸਟ 'ਚ ਇਹ ਕਿਹਾ ਜਾ ਰਿਹਾ ਹੈ ਅਤੇ ਉਹਦੀ ਵੀ ਕੋਈ ਪਹਿਚਾਣ ਨਹੀਂ ਹੋਈ। ਕਿੱਧਰ ਨੂੰ ਜਾ ਰਿਹਾ ਜੀ ਸਿਸਟਮ? ਇਹ ਦੇਖੋ, ਸਾਡਾ ਡਿਜੀਟਲ ਇੰਡੀਆ ਹੈ ਜੀ। ਔਰ ਜਿਹੜਾ ਸਿੰਘੂ ਉਹਦੇ ਵਾਲਾ ਆਪਣਾ ਹਰਿਮੰਦਰ ਸਾਹਿਬ ਵਾਲਾ ਹੈ, ਸ਼ਾਇਦ ਇਹਦੀ 20-22 ਸਾਲ ਦੀ ਏਜ ਦੱਸਦੇ ਨੇ ਜੀ, ਅਤੇ ਪੜ੍ਹਿਆ ਲਿਖਿਆ ਵੀ ਹੋਊਗਾ ਜੀ। ਅੱਜ ਕੱਲ੍ਹ ਬੱਚਿਆਂ ਨੂੰ ਆਧਾਰ ਕਾਰਡ ਬਣਾਏ ਬਿਨਾਂ ਐਡਮਿਸ਼ਨ ਨਹੀਂ ਮਿਲਦੀ ਜੀ। ਤੁਹਾਨੂੰ ਪੈਰ 'ਤੇ ਆਧਾਰ ਕਾਰਡ ਦੀ ਲੋੜ ਪੈਂਦੀ ਹੈ। ਕੀ ਰੀਜ਼ਨ ਹੈ ਵੀ ਉਹ ਬੰਦੇ ਦੇ ਬਾਇਓਮੈਟ੍ਰਿਕਸ ਤੋਂ ਨਹੀਂ ਪਤਾ ਲੱਗ ਰਿਹਾ ਉਹਦਾ ਆਧਾਰ ਕਾਰਡ ਕੀ ਹੈ ਕੀ ਨਹੀਂ। ਇੱਥੋਂ ਤੁਸੀਂ ਇੰਨਾ ਕੁ ਤਾਂ ਕਿਆਸ ਲਾ ਸਕਦੇ ਆ ਨਾ ਵੀ ਉਹ ਬੰਦਾ ਕਿਸ ਲੈਵਲ 'ਤੇ ਤਿਆਰ ਕਰਕੇ ਭੇਜਿਆ ਹੋਇਆ। ਜਿਹੜੇ ਬੰਦੇ ਨੇ ਜੋ ਗੱਲ ਕਰਦੇ ਨੇ 50 ਨੰਬਰ ਕਮਰੇ 'ਚ ਜਾ ਕੇ ਅਸੀਂ ਇਹਨੂੰ ਪੁੱਛਿਆ ਵੀ ਦੱਸ ਕੀ ਆ, ਉਹ ਕਹਿੰਦਾ ਮੈਨੂੰ ਮਾਰ ਦੋ, ਮੈਂ ਦੱਸਣਾ ਨਹੀਂ। ਉਹ ਬੰਦਾ ਇੱਕ ਕਿਸਮ ਦਾ ਮਨੁੱਖੀ ਬੰਬੀ ਕਹਿ ਸਕਦੇ ਜਿਹਨੂੰ, ਹੋਰ ਕੀ ਕਹੋਗੇ ਤੁਸੀਂ, ਜਿਹੜਾ ਉੱਥੇ ਪਹੁੰਚ ਗਿਆ। ਦੇਖੋ, ਜਿਹੜਾ ਆਹ ਮਨ ਬਣਾ ਕੇ ਉੱਥੇ ਗਿਆ ਸੀ, ਉਹ ਹੋਰ ਕੁਝ ਵੀ ਕਰਕੇ ਜਾ ਸਕਦਾ ਸੀ ਉੱਥੇ। ਸੋ ਇਹ ਗੱਲ ਆ, ਸਾਨੂੰ ਪੰਜਾਬੀਆਂ ਨੂੰ ਇੱਕ ਤਾਂ ਸੰਜਮ ਰੱਖਣਾ ਪੈਣਾ ਥੋੜ੍ਹਾ ਜਿਹਾ, ਕਿਉਂਕਿ ਸਾਨੂੰ ਬਦਨਾਮ ਕਰਨ ਦੀ ਕਿਤੇ ਨਾ ਕਿਤੇ ਮੈਨੂੰ ਬਦਬੂ ਆ ਰਹੀ ਹੈ ਵੀ ਪੰਜਾਬ ਹੁਣ ਜਿਹੜੀ ਜੰਗ ਜਿੱਤ ਕੇ ਆਇਆ ਨਾ, ਇਹਦੇ ਵਿੱਚ ਸਾਰੇ ਵਰਲਡ 'ਚ ਬੱਲੇ ਬੱਲੇ ਹੋਈ ਆ ਪੰਜਾਬ ਦੀ। ਔਰ ਸਾਡੇ ਵਾਸਤੇ ਬੜੇ ਮਾਣ ਦੀ ਗੱਲ ਹੈ ਇਹ ਚੀਜ਼। ਪਰ ਇਹ ਚੀਜ਼ਾਂ ਨਹੀਂ ਇਹਨਾਂ ਨੂੰ
ਹਜਮ ਹੋ ਰਹੀਆਂ। ਕਿਤੇ ਨਾ ਕਿਤੇ ਇਹਨਾਂ ਨੇ ਇਹ ਚੀਜ਼ਾਂ ਦੀ ਭੜਾਸ ਸਾਡੇ 'ਤੇ ਕੱਢਣੀ ਹੈ। ਇਹ ਚੀਜ਼ਾਂ ਉਸ ਤੋਂ ਬਾਅਦ ਹੀ ਸ਼ੁਰੂ ਹੋਈਆਂ ਨੇ, ਜਾਂ ਇਹਨਾਂ ਨੂੰ ਇਲੈਕਸ਼ਨ ਦੇ ਨੇੜੇ ਕਰਕੇ ਲਾ ਲਓ। ਇਹ ਸਾਡੇ ਪਤਾ ਨਹੀਂ ਰਵਾਇਤੇ ਚੱਲ ਪਈ ਜੀ। ਸਾਡੀਆਂ ਜਿਹੜੀਆਂ ਪਾਰਟੀਆਂ ਨੇ, ਰਵਾਇਤੀ ਪਾਰਟੀਆਂ, ਕਾਂਗਰਸ ਲਾ ਲਓ, ਅਕਾਲੀ ਲਾ ਲਓ, ਜਾਂ ਜੋ ਵੀ ਲਾ ਲਓ, ਜਿਹੜਾ ਮਰਜ਼ੀ ਦੇਖ ਲਓ ਜੀ। ਮੈਂ ਕੈਪਟਨ ਨੂੰ ਵੀ ਸੁਣਿਆ, ਬਰਗਾੜੀ ਕਾਂਡ ਦਾ ਮੈਂ ਤੁਹਾਨੂੰ ਇਨਸਾਫ ਦਿਵਾਉਂਗਾ ਜੀ। ਕੀ ਗੱਲ ਵੀ ਤੇਰਾ ਇਨਸਾਫ ਨਹੀਂ ਹੈ? ਉਹ ਇਨਸਾਫ ਦਿਵਾਉਣ ਦੀ ਤਾਂ ਗੱਲ ਕਰਦੇ ਨੇ ਜੀ। ਅੱਗੇ ਇਹ ਗਰੰਟੀ ਕਿਉਂ ਨਹੀਂ ਦਿੰਦੇ ਕਿ ਜੇ ਤੁਸੀਂ ਸਾਡੀ ਸਰਕਾਰ ਲਿਆਵੇਂਗੇ ਹੋ, ਅਸੀਂ ਇਦਾਂ ਦਾ ਸਿਸਟਮ ਬਣਾਵਾਂਗੇ ਕਿ ਅੱਗੇ ਨੂੰ ਬੇਅਦਬੀ ਕਰਨ ਬਾਰੇ ਕੋਈ ਸੋਚੂਗਾ ਵੀ ਨਹੀਂ, ਉੱਧਰ ਜਾਊਗਾ ਵੀ ਨਹੀਂ। ਇਦਾਂ ਦੀ ਗਰੰਟੀ ਕਿਉਂ ਨਹੀਂ ਦਿੱਤੀ ਜਾਂਦੀ? ਹੋਰ ਤਾਂ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ, ਇਹ ਕਰ ਦਾਂਗੇ, ਉਹ ਕਰ ਦਾਂਗੇ, ਫ੍ਰੀ ਦੇ ਦਾਂਗੇ ਸਭ ਕੁਝ। ਬਿਲਕੁਲ ਖਾਲਸਾ ਜੀ, ਮੈਂ ਉਹੀ ਗੱਲ ਕਰਨ ਲੱਗਿਆ ਤੁਹਾਡੇ ਕੋਲ। ਜਿਹੜੀ ਵੀ ਸਰਕਾਰ ਜਾਂ ਜੋ ਵੀ ਇਹਨਾਂ ਦੀ ਰੈਲੀ ਹੁੰਦੀ ਹੈ, ਇਹਨਾਂ ਦਾ ਲੀਡਰ ਬੜੇ ਮਾਣ ਨਾਲ ਕਹਿੰਦਾ ਮੈਂ ਬੇਅਦਬੀ ਕਾਂਡ ਦਾ ਤੁਹਾਨੂੰ ਇਨਸਾਫ ਦਿਵਾਊਂਗਾ ਜੀ। ਠੀਕ ਹੈ ਜੀ, ਇਨਸਾਫ ਦਿਵਾਉਣਾ। ਇਨਸਾਫ ਕੀ ਦਿਵਾਓਗੇ? 295 'ਚ ਸਜ਼ਾ ਦਿਵਾ ਦੋਗੇ ਜੀ। ਠੀਕ ਹੈ ਜੀ, ਕਿੰਨੀ ਕੁ ਸਜ਼ਾ? ਉਹ 'ਚ ਮਾਈਨਰ ਜੀ ਸਜ਼ਾ ਜੀ। ਠੀਕ ਹੈ ਜੀ, ਇਸ ਤਰ੍ਹਾਂ ਕਿਉਂ ਨਹੀਂ ਕਹਿੰਦੇ ਵੀ ਮੈਂ ਇਹ ਕਾਨੂੰਨ ਦੇ ਵਿੱਚ ਜਾਂ ਤਾਂ ਅਮੈਂਡਮੈਂਟ ਕਰਾਊਂਗਾ ਜਾਂ ਮੈਂ ਨਵਾਂ ਕਾਨੂੰਨ ਲੈ ਕੇ ਆਊਂਗਾ। ਜੇ ਜੂਪਾ ਬਣ ਸਕਦਾ ਹੈ, ਜੇ 1985 'ਚ NDPS ਐਕਟ ਬਣ ਸਕਦਾ ਹੈ। ਦਾਮਨੀ ਵਾਲਾ ਕੇਸ ਹੋਇਆ ਜੀ, ਕਿੰਨਾ ਘਿਨਾਉਣੀ ਹਰਕਤ ਕੀਤੀ ਗਈ ਦਿੱਲੀ ਦੇ ਵਿੱਚ ਉਹ ਕੁੜੀ ਦੇ ਨਾਲ ਜੀ। ਉਹਦੀ ਗ੍ਰੈਵਿਟੀ ਕਿੰਨੀ ਹਾਈ ਸੀ ਵੀ ਉਸ ਤੋਂ ਬਾਅਦ ਸਾਰਾ ਰੇਪ ਲਾਅ ਚੇਂਜ ਹੋਇਆ। 376 294 ਉਹਦੀਆਂ ਅੱਗੇ ਪਾਰਟਸ ਬਣਾ ਦਿੱਤੇ ਗਏ, 294 ABCD। ਠੀਕ ਹੈ ਜੀ, ਈਵਨ ਸਟਾਕਿੰਗ, ਕਿਸੇ ਨੂੰ ਦੇਖਣਾ, ਕਿਸੇ ਨੂੰ ਇੰਟਰਨੈਟ 'ਤੇ ਫੋਲੋ ਕਰਨਾ, ਇੰਨੇ ਸਖਤ ਕਾਨੂੰਨ ਬਣਾ ਦਿੱਤੇ ਗਏ ਵੀ ਔਰਤ ਨੂੰ ਬਿਲਕੁਲ ਸੇਫ ਬਣਾਤਾ ਜੀ। ਵਧੀਆ, ਹਰ ਸਮਾਜ 'ਚ ਔਰਤ ਸੇਫ ਚਾਹੀਦੀ ਹੈ ਜੀ। ਉਹ ਸਿਰਫ ਇੱਕ ਮੈਂ ਐਗਜ਼ਾਮਪਲ ਦਿੱਤੀ ਹੈ ਵੀ ਜਦੋਂ ਉਹ ਲੈਵਲ ਦੇ ਉੱਤੇ ਐਡਾ ਵੱਡਾ ਅਪਰਾਧ ਹੋਇਆ, ਜਿਹੜਾ ਉਹ ਲੈਵਲ ਦੇ ਉੱਤੇ ਅਸੀਂ ਲਾਅ ਚੇਂਜ ਕਰ ਸਕਦੇ ਹਾਂ, ਅਸੀਂ ਅਮੈਂਡਮੈਂਟ ਕਰ ਸਕਦੇ ਹਾਂ। ਉਹਦੇ ਵਿੱਚ ਲੋਕ ਸਭਾ ਦੇ ਵਿੱਚ ਜਿਹੜਾ ਬਿੱਲ ਪਾਸ ਹੋਇਆ, ਮਾਈਨਰ ਕ੍ਰਿਮੀਨਲ ਮੇਜਰ ਜਿਹੜਾ ਕ੍ਰਿਮੀਨਲ ਐਕਟ ਹੈ, ਉਹਦੇ ਵਿੱਚ ਇਹ ਅਮੈਂਡਮੈਂਟ ਹੋਈ ਹੈ ਜੀ। ਹੁਣ ਜ਼ਰੂਰਤ ਹੈ ਜੀ ਸਮੇਂ ਦੀ। ਕੋਈ ਵੀ ਪੋਲੀਟੀਕਲ ਪਾਰਟੀ ਨੇ ਅੱਜ ਤੱਕ ਇਹ ਸਾਡੀ ਕਿਸੇ ਵੀ ਰੈਲੀ ਦੇ ਵਿੱਚ ਜਾਂ ਕਿਸੇ ਵੀ ਮੰਚ ਦੇ ਉੱਤੋਂ ਇਹ ਗੱਲ ਨਹੀਂ ਕਹੀ ਵੀ ਅਸੀਂ ਇਹ ਬੇਅਦਬੀ ਦੇ ਉੱਤੇ ਸਖਤ ਕਾਨੂੰਨ ਲੈ ਕੇ ਆਵਾਂਗੇ ਜੀ। ਜ਼ਰੂਰਤ ਹੈ 295A ਦੇ ਵਿੱਚ ਅਮੈਂਡਮੈਂਟ ਕਰਨ ਦੀ, ਜਾਂ ਉਹਦੇ ਬਰਾਬਰ ਕੰਪੈਰੇਟਿਵਲੀ ਇੱਕ ਨਵਾਂ ਲਾਅ ਲਿਆਉਣ ਦੀ ਜੀ। ਇਹ 'ਚ ਘੱਟੋ ਘੱਟ ਜਿਹੜੀ ਇੰਪ੍ਰੀਜ਼ਨਮੈਂਟ ਹੋਣੀ ਚਾਹੀਦੀ ਹੈ ਜੀ, ਉਮਰ ਕੈਦ। ਬੰਦਾ ਜੇਲ੍ਹ 'ਚ ਰਹੇ, ਉਹਨੂੰ ਪਤਾ ਲੱਗੇ, ਕਿਉਂਕਿ ਜਿਹੜਾ ਬੰਦਾ ਬੇਅਦਬੀ ਕਰਕੇ ਜਾਊਗਾ ਨਾ, ਜਿਹੜਾ ਬੰਦਾ ਬੇਅਦਬੀ ਕਰਦਾ ਉਹਦੇ ਨਾਲ ਤਾਂ ਇੰਨਾ ਮਾੜਾ ਹਾਲ ਇੱਥੇ ਇਹਨਾਂ ਨੇ ਕੀਤਾ ਹੈ। ਜਦੋਂ ਜੇਲ੍ਹ 'ਚ ਜਾਊਗਾ ਉਹਨੂੰ ਫੇਸ ਜੋ ਉੱਥੇ ਕਰਨਾ ਪੈਣਾ, ਉਹ ਮੌਤ ਤੋਂ ਵੀ ਬੁਰੀਆਂ ਚੀਜ਼ਾਂ ਹੋਣਗੀਆਂ ਜੋ ਉਹਨੂੰ ਉੱਥੇ ਦੇਖਣੀਆਂ ਪੈਣੀਆਂ ਨੇ। ਅੱਜ ਤੱਕ ਜੀ 295A ਦੇ ਤਹਿਤ ਇਹ ਜਿਹੜਾ ਦੋਸ਼ੀ ਆ ਕੋਈ ਜੇਲ੍ਹ ਗਿਆ? ਮੈਨੂੰ ਨਹੀਂ ਲੱਗ ਰਿਹਾ ਵੀ ਕੋਈ ਗਿਆ ਹੋਣਾ ਜੀ। ਦੇਖਿਆ ਜੀ, ਮੈਂ ਨਹੀਂ ਜਾਂਦਾ ਦੇਖਿਆ। ਦੇਖੋ, ਮੈਂ ਬਤੌਰ ਲਾਇਰ ਪਾਏ ਵੀ ਨੇ, ਲੜੇ ਵੀ ਨੇ। ਮੈਂ ਡਿਫੈਂਸ 'ਚ ਵੀ ਰਿਹਾ, ਮੈਂ ਪ੍ਰੋਸੀਕਿਊਸ਼ਨ 'ਚ ਵੀ ਰਿਹਾ। ਇਹ ਕੇਸ ਪ੍ਰੋਸੀਕਿਊਸ਼ਨ ਦੇ ਨਾਲ ਵੀ ਰਹੇ ਹਾਂ। ਵੈਸੇ ਮੈਂ ਡਿਫੈਂਸ ਲਾਇਰ ਹਾਂ, ਮੈਂ ਡਿਫੈਂਸ 'ਚ ਵੀ ਰਿਹਾ। 295 'ਚ ਇਹ 'ਚ 295 'ਚ ਕੀ ਹੈ ਜੀ? ਹਵਾ 'ਚ ਗੱਲਾਂ ਨੇ। ਮੈਡੀਕਲ ਕੀ ਹੋ ਜੂ? ਦਾੜੀ ਪੱਟੀ ਜਾਊਗੀ, ਜੋ ਬੇਸਿਕਲੀ ਚੀਜ਼ ਹੁੰਦੀ ਹੈ। ਇਹ 295 ਬਿਲਕੁਲ ਅਲੱਗ ਹੈ। ਠੀਕ ਹੈ ਜੀ, ਹੋ ਸਕਦਾ ਇਹ 'ਚ ਸਜ਼ਾ ਦੇ ਦੇਣ, ਮਾਈਨਰ ਸਜ਼ਾ ਜੀ। ਠੀਕ ਹੈ, ਪਰ ਜੋ ਆਮ 295 ਲੋਕਾਂ ਦੀਆਂ ਲੱਗਦੀਆਂ ਨੇ ਵੀ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਜੀ, ਉਹ ਕਿਸੇ ਵੀ ਐਂਗਲ 'ਤੇ ਹੋ ਸਕਦੀ ਹੈ। ਦਾੜੀ ਪੱਟਤੀ, ਮੇਰੀ ਪੱਗ ਨੂੰ ਹੱਥ ਪਾ ਲਿਆ, ਠੀਕ ਹੈ ਜੀ, ਉਹ ਚੀਜ਼ਾਂ ਅਲੱਗ ਨੇ। ਪਰ ਇਹ ਚੀਜ਼ਾਂ ਪ੍ਰਕਿਓਰ ਕਰਕੇ ਵੀ ਇਹਦਾ ਮਿਸਯੂਜ਼ ਵੀ ਨਾ ਹੋਵੇ ਇਹ ਚੀਜ਼ਾਂ ਦਾ, ਕਿਉਂਕਿ ਦੇਖੋ ਲਾਅ ਬਾਅਦ 'ਚ ਬਣਦਾ, ਪਹਿਲਾਂ ਉਹਦਾ ਮਿਸਯੂਜ਼ ਸ਼ੁਰੂ ਹੋ ਜਾਂਦਾ। ਕੋਈ ਵੀ ਲਾਅ ਉਹਦਾ ਮਿਸਯੂਜ਼ ਜ਼ਿਆਦਾ ਲੈਵਲ 'ਤੇ ਹੁੰਦਾ। ਪਰ ਆਹ ਲੈਵਲ ਹੈ ਜਿਹੜਾ ਕਿਸੇ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨੀ, ਉਹ ਵੀ ਉਮਰ ਕੈਦ ਦਾ ਪ੍ਰਾਵਧਾਨ ਜ਼ਰੂਰ ਹੋਣਾ ਚਾਹੀਦਾ। ਔਰ ਸਰਕਾਰਾਂ ਦੇ ਇਹੀ ਅਪੀਲ ਹੈ ਵੀ ਘੱਟੋ ਘੱਟ ਇਹਦੇ ਵਿੱਚ ਐਨੈਕਟਮੈਂਟ ਕਰੋ ਜਾਂ ਇਹਦੇ ਵਿੱਚ ਅਮੈਂਡਮੈਂਟ ਕਰੋ, ਕਿਉਂਕਿ ਸਮੇਂ ਦੀ ਨਜ਼ਾਕਤ ਹੈ, ਠੱਲ ਹੀ ਤਾਂ ਪੈਣੀ ਹੈ। ਕੁਛ ਨਹੀਂ ਹੈ। ਦੇਖੋ, ਜਿਵੇਂ ਆਪਾਂ ਗੱਲ ਕਰਦੇ ਹਾਂ, ਇੱਕ ਮਰਦਾ ਦੋਨਾਂ ਕੰਡੀਸ਼ਨਾਂ 'ਚ ਬੰਦਾ ਹੈ। 302 'ਚ ਵੀ ਬੰਦਾ ਮਰਦਾ, 304A 'ਚ ਵੀ ਬੰਦਾ ਮਰਦਾ। ਠੀਕ ਹੈ ਜੀ, 304A ਅਣਗਹਿਲੀ ਨਾਲ ਗੱਡੀ ਥੱਲੇ ਬੰਦਾ ਆ ਗਿਆ, ਮਰ ਗਿਆ। ਇੱਕ 'ਚ ਤਾਂ ਫਾਂਸੀ ਤੋਂ ਲੈ ਕੇ ਉਮਰ ਕੈਦ ਦੀ ਸਜ਼ਾ ਹੈ, 302 'ਚ ਇਹ 'ਚ 2 ਸਾਲ ਦੀ ਸਜ਼ਾ ਜੀ। ਕਹਿਣ ਦੀ ਗੱਲ ਤਾਂ ਇਹੀ ਹੈ ਨਾ ਵੀ ਮਤਲਬ ਕਿ
ਇਹ ਹੈਚ-ਪੈਚ ਹੋਇਆ ਜੀ। ਇਹ ਗੋਰਿਆਂ ਦੇ ਆਏ ਹੋਏ ਕਾਨੂੰਨ ਨੇ, ਉਹੀ ਚੱਲੇ ਆਉਂਦੇ ਨੇ। ਅਸੀਂ ਜ਼ਰੂਰਤ ਦੇ ਮੁਤਾਬਕ ਉਹਦੇ ਵਿੱਚ ਥੋੜ੍ਹੀ ਬਹੁਤੀ ਅਮੈਂਡਮੈਂਟ ਕਰ ਲਈ ਜਿੰਨੀ ਕਿ ਸਾਨੂੰ ਸੈੱਟ ਲੱਗੀ, ਨਹੀਂ ਤਾਂ ਕਾਨੂੰਨ ਗੋਰਿਆਂ ਦੇ ਬਣੇ ਹੋਏ ਨੇ। ਸਾਡਾ ਪ੍ਰੋਸੀਜਰਲ ਲਾਅ ਵੀ, ਸਾਡਾ ਸਬਸਟੈਂਸਿਵ ਲਾਅ ਵੀ, ਇਹ ਜਿਹੜੇ ਸਾਡੇ ਲਾਅ ਨੇ ਸਾਰੇ ਇਹ ਗੋਰਿਆਂ ਦੇ ਬਣੇ ਹੋਏ ਨੇ। ਠੀਕ ਹੈ ਜੀ। ਤੇ 295 ਜਾਂ ਉਸ ਸਮੇਂ ਜਿਹੜੇ ਹਿਸਾਬ ਨਾਲ ਗੱਡੀਆਂ ਸਿਰਫ ਗੋਰਿਆਂ ਕੋਲੇ ਹੁੰਦੀਆਂ ਸੀਗੀਆਂ, ਉਸ ਹਿਸਾਬ ਨਾਲ ਉਹਨਾਂ ਨੇ ਉਹ ਕਾਨੂੰਨ ਬਣਾ ਲਏ ਅਣਗਹਿਲੀ ਨਾਲ। ਮੋਸਟਲੀ ਨੈਗਲੀਜੈਂਸੀ ਤਾਂ ਕਿਸੇ ਵੀ ਐਂਗਲ ਤੋਂ ਹੋ ਸਕਦੀ ਹੈ, ਡਾਕਟਰ ਤੋਂ ਹੋ ਸਕਦੀ ਹੈ, ਕਿਸੇ ਤੋਂ ਵੀ ਹੋ ਸਕਦੀ ਹੈ। ਅਣਗਹਿਲੀ ਨਾਲ ਬੰਦਾ ਮਰ ਸਕਦਾ, ਉਹ 204 304, ਪਰ ਮੋਸਟਲੀ 304 ਇਹਨੂੰ ਐਕਸੀਡੈਂਟਲ ਡੈਥ ਦੇ ਨਾਲ ਹੀ ਦੇਖਿਆ ਜਾਂਦਾ। ਤੇ ਮੇਰੇ ਕਹਿਣ ਦਾ ਮਕਸਦ ਇੰਨਾ ਕੀ ਹੈ ਵੀ ਜਦੋਂ ਹੁਣ ਇਹਦੇ ਵਿੱਚ ਅਮੈਂਡਮੈਂਟ ਸੀਕ ਕਰ ਰਹੇ ਨੇ, ਇਹਦੇ ਵਿੱਚ ਅਮੈਂਡਮੈਂਟ ਕਹਿ ਰਹੇ ਨੇ ਵੀ 304 ਇਹਦੇ ਵਿੱਚ ਅਮੈਂਡਮੈਂਟ ਕਰੋ, ਕਿਉਂਕਿ ਮਰਦਾ ਇਹ 'ਚ ਵੀ ਬੰਦਾ ਹੈ ਜਿਹਨੇ ਐਡੇ ਇਸ ਹੱਦ ਤੱਕ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹਦੇ ਵਿੱਚ ਅਮੈਂਡਮੈਂਟ ਕਰਨ ਦੀ ਗੱਲ ਅੱਜ ਤੱਕ ਕਿਉਂ ਨਹੀਂ ਕਿਸੇ ਨੇ ਕੀਤੀ? ਜੇ ਦੇਖਿਆ ਜਾਵੇ ਜੱਲੇ ਜਾਂ ਤਰਖਾਣ ਮਾਜਰੇ ਦੀ ਜਿਹੜੀ ਘਟਨਾ ਹੈ, ਉਹਦੇ ਵਿੱਚ ਜਵਾਪਾ ਲਗਾਇਆ ਗਿਆ ਸੀਗਾ ਦੋਸ਼ੀ ਤੇ ਜਿਹੜੇ ਸਾਡੇ ਇੱਥੇ ਕਾਫੀ ਆਗੂ ਸੀਗੇ ਜਿਹੜੇ ਅੱਗੇ ਸੀਗੇ, ਉਹ ਕਹਿ ਰਹੇ ਸੀਗੇ ਬਈ ਹੁਣ ਤੁਸੀਂ ਧਰਨਾ ਚੱਕ ਲਓ, ਇਹਦੀ ਤਾਂ ਰਾਖ ਵੀ ਬਾਹਰ ਨਹੀਂ ਹੋਣੀ, ਤੇ ਫਿਰ ਉਹ ਬਾਹਰ ਫਿਰ ਰਿਹਾ। ਜਵਾਪਾ ਕਿਸ ਤਰ੍ਹਾਂ ਹਟ ਗਿਆ ਉਹਦੇ ਤੋਂ? ਇਹ ਉਹੀ ਚੀਜ਼ ਮੈਂ ਤੁਹਾਨੂੰ ਕਹਿ ਰਿਹਾ ਜੀ। ਦੇਖੋ ਪੁਲਿਸ ਹੈ ਨਾ ਜਿਹੜੀ, ਇਹ ਬੜੀ ਵੱਡੀ ਪਾਵਰ ਹੈ ਜੀ। ਜਿੰਨਾ ਚਿਰ ਇਨਵੈਸਟੀਗੇਸ਼ਨ ਚੱਲ ਰਹੀ ਹੈ, ਇਨਵੈਸਟੀਗੇਸ਼ਨ ਸਟਾਰਟ ਹੋ ਗਈ, ਯੂਪਾ ਲੱਗ ਗਿਆ। ਡਿਊਰਿੰਗ ਇਨਵੈਸਟੀਗੇਸ਼ਨ ਕੋਈ ਵੀ ਸੈਕਸ਼ਨ ਤੋੜੀ ਜਾ ਸਕਦੀ ਹੈ, ਕੋਈ ਵੀ ਸੈਕਸ਼ਨ ਪਾਈ ਜਾ ਸਕਦੀ ਹੈ। ਉਹਨਾਂ ਨੇ ਮੌਕੇ ਦੇ ਹਾਲਾਤ ਦੇਖ ਕੇ ਜਾਂ ਕਿਸੇ ਦੇ, ਉਹ ਹੁਣ ਰੱਬ ਜਾਣਦਾ ਕੀ ਹੋਇਆ, ਪਰ ਜਦੋਂ ਬਾਅਦ 'ਚ ਉੱਥੇ ਯੂਪਾ ਟੁੱਟੀ ਹੈ ਇਸ ਲਈ ਉਹਦੀ ਜ਼ਮਾਨਤ ਹੋਈ ਹੈ। ਉਹਦਾ ਧਰਨਾ ਵੀ ਲੱਗਿਆ ਹੋਇਆ ਜੀ, ਉੱਥੇ ਬੈਠੇ ਨੇ ਡੀਸੀ ਕੰਪਲੈਕਸ ਦੇ ਬਾਹਰ। ਮੇਰੇ ਖਿਆਲ ਭੱਟੀ ਸਾਹਿਬ, ਆਪਣੇ ਦਿਦਾਰ ਸਿੰਘ ਭੱਟੀ ਇੱਥੇ ਲੋਕਲ ਲੀਡਰ ਨੇ, MLA ਰਹਿ ਚੁੱਕੇ ਨੇ ਪਹਿਲਾਂ, ਉਹਨਾਂ ਦੇ ਨਾਲ ਦੇ ਬੰਦੇ ਔਰ ਕੁਛ ਹੋਰ ਬੰਦੇ ਉੱਥੇ ਬੈਠੇ ਨੇ ਡੀਸੀ ਕੰਪਲੈਕਸ ਦੇ ਬਾਹਰ। ਉਹਨਾਂ ਦੀ ਮੰਗ ਇਹੀ ਹੈ ਵੀ ਇਹ 'ਤੇ ਯੂਪਾ ਜਿਹੜੀ ਦੁਬਾਰਾ ਜੀ। ਜਿਹੜੀਆਂ ਇਹ ਘਟਨਾਵਾਂ ਨੇ, ਜੇ ਅਸੀਂ ਕਿਸੇ ਨਾਲ ਗੱਲ ਕਰਦੇ ਹਾਂ, ਸ਼੍ਰੋਮਣੀ ਕਮੇਟੀ ਦੇ ਜਿਹੜੇ ਸਾਡੇ ਮੈਂਬਰ ਨੇ, ਉਹਨਾਂ ਨਾਲ ਕਈ ਵਾਰ ਗੱਲ ਕੀਤੀ ਆ, ਹੋਰ ਬਹੁਤ ਲੋਕਾਂ ਨਾਲ ਗੱਲ ਕੀਤੀ ਆ, ਉਹ ਕਹਿੰਦੇ ਨੇ ਏਜੰਸੀਆਂ ਦੀਆਂ ਚਾਲਾਂ ਨੇ ਇਹ ਜਿਹੜੇ ਕੰਮ ਹੋ ਰਹੀਆਂ ਨੇ। ਕਿਉਂਕਿ ਜ਼ਿਆਦਾਤਰ ਦੇਖਿਆ ਜਾ ਰਿਹਾ ਇਹ ਸਾਡੇ ਜਿਹੜੇ ਸਿੱਖ ਪਰਿਵਾਰ ਨੇ, ਉਹਨਾਂ 'ਚੋਂ ਹੀ ਇਹ ਮੁੰਡੇ ਨੇ ਜਿਹੜਾ ਜੱਲੇ ਹੋਏ ਆ। ਉਹ 'ਚ ਵੀ ਜਿਹੜਾ ਸੀਗਾ ਉਹ ਸਿੰਘ ਲੱਗਦਾ ਸੀਗਾ ਨਾਲ ਨਾਮ ਦੇ, ਤੇ ਜਿੱਤੂ ਪਰ ਵੀ ਇਹ ਘਟਨਾ ਹੋਈ ਆ, ਉੱਦਾਂ ਦੇ ਸਿੰਘ ਲੱਗਦੇ ਨੇ। ਤੇ ਕਿਸ ਤਰ੍ਹਾਂ ਦੇਖ ਰਹੇ ਹੋ, ਏਜੰਸੀਆਂ ਸਾਡੇ ਨਾਲੋਂ ਜ਼ਿਆਦਾ ਵੱਡੀਆਂ ਹੋ ਗਈਆਂ, ਜਾਂ ਸਾਡਾ ਧਾਰਮਿਕ ਅਸਥਾਨ ਆ ਜਿਹੜਾ, ਜਿੱਥੇ ਐਡੀ ਵੱਡੀ ਸੰਸਥਾ ਹੈ ਸ਼੍ਰੋਮਣੀ ਕਮੇਟੀ, ਬਹੁਤ ਵੱਡਾ ਬਜਟ ਆ ਇਹਦਾ, ਤੇ ਕੀ ਲੱਗ ਰਿਹਾ ਇਹਨਾਂ ਦੀ ਘਾਟ ਆ ਜਾਂ ਫਿਰ ਏਜੰਸੀਆਂ ਵੱਡੀਆਂ ਨੇ, ਕੀ ਲੱਗ ਰਿਹਾ ਜੀ? ਦੇਖੋ ਖਾਲਸਾ ਜੀ, ਮੈਨੂੰ ਇਹ ਗੱਲ ਕਹਿਣ 'ਚ ਕੋਈ ਹੈਜ਼ੀਟੇਸ਼ਨ ਨਹੀਂ ਵੀ ਸਾਡੀ ਸਿਰਮੌਰ ਸੰਸਥਾ SGPC ਜੀ, ਉਹਨੇ ਅੱਜ ਤੱਕ ਆਪਣੀ ਕੋਈ ਵੀ ਡਿਊਟੀ ਮੁਸਤੈਦੀ ਨਾਲ ਨਹੀਂ ਨਿਭਾਈ ਜੀ। ਇੱਥੇ ਇਹਨਾਂ ਨੇ ਕੇਸਾਂ ਦੀ ਪੈਰਵੀ ਨਹੀਂ ਕੀਤੀ ਤਾਂ ਹੋਰ ਕਿਤੇ ਵੀ ਨਹੀਂ ਕੀਤੀ ਇਹਨਾਂ ਨੇ। ਇਹਨਾਂ ਨੂੰ ਕੇਸਾਂ ਦੀ ਪੈਰਵੀ ਕਰਨੀ ਚਾਹੀਦੀ ਸੀ। ਠੀਕ ਹੈ ਜੀ। ਇਹਨਾਂ ਨੂੰ ਘੱਟੋ ਘੱਟ ਆਪਣੇ ਲੈਵਲ 'ਤੇ ਕਮੇਟੀ ਬਣਾ ਕੇ ਪੜਚੋਲ ਕਰਨੀ ਚਾਹੀਦੀ ਸੀ ਵੀ ਇਹ ਕੌਣ ਕਰ ਰਿਹਾ, ਕੀ ਕਰ ਰਿਹਾ। ਏਜੰਸੀਆਂ ਦੇ ਦੇਖੋ ਜੀ, ਇੱਕ ਤਾਂ ਇਹ ਤਾਂ ਆਮ ਚੀਜ਼ ਹੋ ਗਈ ਹੁਣ, ਕੋਈ ਵੀ ਗੱਲ ਹੁੰਦਾ ਏਜੰਸੀਆਂ ਦੀ ਕਾਰਵਾਈ ਹੈ ਜੀ। ਇਹ ਏਜੰਸੀਆਂ ਨੇ ਜੀ, ਇਹ ਤਾਂ ਠੀਕ ਹੈ ਜੀ। ਹੂ ਆਰ ਯੂ, ਤੁਸੀਂ ਕੌਣ ਹੋ? ਤੁਹਾਡੀ ਵੀ ਕੋਈ ਪਾਵਰ ਹੈ? ਪੰਜਾਬ ਗੌਰਮੈਂਟ ਦੇ ਬਰਾਬਰ ਤੁਸੀਂ ਕੰਮ ਕਰ ਰਹੇ ਹੋ, ਇੱਕ ਬਰਾਬਰ ਦਾ ਤੁਹਾਡਾ ਰੁਤਬਾ ਹੈ। ਠੀਕ ਹੈ ਜੀ। ਜਿਸ ਤਰ੍ਹਾਂ ਆਪਾਂ ਇੱਕ ਗੌਰਮੈਂਟ ਇੰਪਲਾਈ ਨੂੰ ਦੇਖਦੇ ਹਾਂ, ਉਵੇਂ ਹੀ ਆਪਾਂ ਇੱਕ SGPC ਮੈਂਬਰ ਨੂੰ, ਇਹਦੇ ਮੁਲਾਜ਼ਮ ਨੂੰ ਦੇਖਦੇ ਹਾਂ ਜੀ ਆਪਾਂ। ਠੀਕ ਹੈ ਜੀ। ਤੁਹਾਡੇ ਕੋਲ ਆਪ ਦੀ ਇੱਕ ਫੋਰਸ ਹੈ ਜਿਹਨੂੰ ਤੁਸੀਂ ਉਹ ਟਾਸਕ ਫੋਰਸ ਵੀ ਕਹਿੰਦੇ ਹੋ। ਠੀਕ ਹੈ ਜੀ। ਤੇ ਇੰਨਾ ਕੁਛ ਹੋਣ ਦੇ ਬਾਵਜੂਦ 2-2 3-3 ਲੱਖ ਰੁਪਈਆ ਤੁਹਾਡੇ ਪ੍ਰਚਾਰਕ, ਤੁਹਾਡੇ ਉੱਥੇ ਗ੍ਰੰਥੀ ਨੇ ਜਿਹੜੇ ਤਨਖਾਹਾਂ ਲੈ ਰਹੇ ਨੇ, ਤੁਹਾਡੇ ਸਕੱਤਰ ਬੇਵਜ੍ਹਾ ਹੀ, ਜਿਹਨਾਂ ਦਾ ਕੋਈ ਕੰਮ ਵੀ ਨਹੀਂ, ਤੁਸੀਂ ਉਹਨਾਂ ਤੋਂ ਇੰਨਾ ਕੁ ਦਾ ਕੰਮ ਲੈ ਸਕਦੇ ਹੋ ਨਾ ਵੀ ਤੁਸੀਂ ਇਹਨਾਂ ਦੀ ਪੜਚਾਲ ਕਰੋ। ਏਜੰਸੀਆਂ ਨੇ, ਜੇ ਤੁਹਾਨੂੰ ਪਤਾ ਏਜੰਸੀਆਂ ਨੇ, ਕਿਹੜੀਆਂ ਏਜੰਸੀਆਂ ਨੇ। ਦੇਖੋ ਜੀ, SGPC 'ਚ ਇੰਨੀ ਕੁ ਪਾਵਰ ਤਾਂ ਜ਼ਰੂਰ ਹੈ ਵੀ ਉਹ ਸਟੇਟ ਗੌਰਮੈਂਟ ਦੇ ਜਾਂ ਤੁਸੀਂ ਸੈਂਟਰ ਗੌਰਮੈਂਟ ਦੇ ਪਿੱਛੇ ਪੈ ਕੇ ਇਹ ਚੀਜ਼ ਦਾ ਹੱਲ ਕਰਵਾ ਸਕਦੇ ਨੇ, ਪਰ ਕਰਵਾਉਣਾ ਨਹੀਂ। ਜੇ ਕਰਵਾ ਲਿਆ ਤਾਂ ਰਾਜਨੀਤੀ ਚੱਲਣੀ ਨਹੀਂ, ਕਿਉਂਕਿ ਰਾਜਨੀਤਿਕ ਮੁੱਦਾ ਬਣਾ ਲਿਆ ਇਹਨਾਂ ਨੇ। ਅਸੀਂ ਹੱਲ ਕਰਾਂਗੇ, ਅਸੀਂ ਹੱਲ ਕਰਾਂਗੇ। ਹੁਣ ਫੇਰ ਦੇਖਿਓ, ਅਸੀਂ ਹੱਲ ਕਰਾਂਗੇ ਜੀ। ਕੇਜਰੀਵਾਲ ਵੀ ਕਹੂਗਾ, ਕੈਪਟਨ ਵੀ ਕਹੂਗਾ, ਬਾਦਲ ਵੀ ਕਹੂਗਾ, ਤੇ ਉਹ ਵੀ ਕਹਣਗੇ ਵੀ ਅਸੀਂ ਹੱਲ ਕਰਾਂਗੇ ਜੀ। ਕਰਨਾ ਕਿਸੇ ਨੇ ਨਹੀਂ। ਸੋ ਮੁੱਕਦੀ ਗੱਲ ਇਹੀ ਆਪਣੀ ਵੀ SGPC ਫੇਲ ਰਹੀ ਹੈ ਆਪਣੀ ਡਿਊਟੀ ਨਿਭਾਉਣ ਦੇ ਵਿੱਚ। ਜਿਹੜੇ 328 ਸਰੂਪ ਇਹ ਕਹਿੰਦੇ ਨੇ ਚੋਰੀ ਹੋਏ ਨੇ ਜਾਂ ਅੰਬੈਜ਼ਲਮੈਂਟ ਹੋਈ ਹੈ, ਉਹ ਲੱਭਣੇ ਕਿਹਨੇ ਨੇ? ਇਹ ਸਾਡੇ ਵਾਸਤੇ
ਨਿਹਾਇਤੀ ਸ਼ਰਮ ਦੀ ਗੱਲ ਮੈਂ ਕਹੂੰਗਾ, ਸਾਡੇ ਗੁਰੂ ਗ੍ਰੰਥ ਸਾਹਿਬ ਇਹ ਬੇਅਦਬੀ ਤੋਂ ਘੱਟ ਨਹੀਂ ਜੀ। ਮੈਂ ਇਹਨੂੰ ਬੇਅਦਬੀ ਦੇ ਬਰਾਬਰ ਹੀ ਲਾ ਕੇ ਦੇਖੂੰਗਾ ਵੀ 328 ਸਰੂਪ ਤੁਸੀਂ ਗਾਇਬ ਕਰਦੇ ਹੋ, ਪਰ ਉਹ ਬੰਦਾ ਆ ਕੇ ਬੇਅਦਬੀ ਕਰਦਾ, ਵਨ ਐਂਡ ਦਾ ਸੇਮ ਥਿੰਗ ਹੈ ਜੀ। ਤੁਸੀਂ ਉਹ ਸਾਨੂੰ ਨਹੀਂ ਪਤਾ ਕਿੱਥੇ ਦਿੱਤੇ ਨੇ, ਕੀ ਕਰਨ ਵਾਸਤੇ ਦਿੱਤੇ ਨੇ। ਸੋ ਸਾਡੀ SGPC ਦਾ ਰੋਲ ਵਧੀਆ ਨਹੀਂ ਜੀ ਹੈ। ਜਾਂ ਤਾਂ ਇਹ ਕਿਸੇ ਦੇ ਪ੍ਰੈਸ਼ਰ ਥੱਲੇ ਆ, ਜਾਂ ਤਾਂ ਕੀ ਹੈਗੀ ਪ੍ਰੈਸ਼ਰ ਥੱਲੇ ਆ, ਠੀਕ ਹੈ ਜੀ। ਅਤੇ ਕਿਵੇਂ ਇਹ ਪ੍ਰਮੋਟ ਕਰਦੇ ਨੇ ਜੀ? ਪਹਿਲਾਂ ਤਾਂ ਹੁੰਦਾ ਸੀ ਚਲੋ ਚੱਲੀ ਜਾਂਦਾ ਸੀਗਾ, ਹੁਣ ਸ਼ਰੇਆਮ ਕਰਦੇ ਨੇ। ਸਾਡੇ ਅਕਾਲ ਤਖਤ ਦਾ ਜਥੇਦਾਰ ਜਿਹੜਾ ਅਕਾਲੀ ਦਲ ਨੂੰ ਪੁੱਤ ਕਹਿੰਦਾ ਤੇ SGPC ਨੂੰ ਮਾਂ ਕਹਿੰਦਾ ਜੀ। ਤੂੰ ਅਕਾਲ ਤਖਤ ਦਾ ਜਥੇਦਾਰ ਹੈ, ਤੇਰੇ ਮੂੰਹ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਮੈਂ ਤਾਂ ਕਹਿਣਾ ਕਿਉਂਕਿ ਇਹੋ ਜਿਹੇ ਬੰਦੇ ਦੀ ਸਾਡੀ ਦਿਲੋਂ ਰਿਸਪੈਕਟ ਕਰਨ ਨੂੰ ਜੀ ਨਹੀਂ ਕਰਦਾ ਜਿਹੜਾ ਆਹ ਲੈਵਲ 'ਤੇ ਸੋਚਦਾ ਹੋਵੇ। ਅਕਾਲੀ ਫੂਲਾ ਸਿੰਘ ਵੀ ਹੁੰਦਾ ਸੀ ਜੀ, ਜਿਹਨੇ ਮਹਾਰਾਜਾ ਰਣਜੀਤ ਸਿੰਘ ਨੂੰ ਬੰਨ੍ਹ ਕੇ ਕੋੜੇ ਲਾਉਣ ਦੇ ਹੁਕਮ ਦੇ ਦਿੱਤੇ ਸੀਗੇ, ਤਨਖਾਹ ਲਾਉਣ ਦੇ, ਵੀ ਕਹਿ ਦਿਓ ਬੱਗੇ ਢੱਗੇ ਨੂੰ ਕਿਉਂ ਕਾਲੇ ਕਰਦਾ ਬੱਗੇ ਨੂੰ, ਠੀਕ ਹੈ। ਇੱਕ ਬਾਲ ਹੀ ਰੰਗੇ ਸੀ ਥੋੜ੍ਹੇ ਜਿਹੇ ਜੀ, ਠੀਕ ਹੈ ਜੀ। ਔਰ ਤੁਸੀਂ ਵੀ ਉਹਦੀ ਪੱਗ ਤੁਹਾਡੀ ਸਿਰ 'ਤੇ ਹੈ ਜੀ, ਤੁਸੀਂ ਉਹ ਰਵਾਇਤ ਅੱਗੇ ਚਲਾ ਰਹੇ ਹੋ। ਅਕਾਲ ਤਖਤ ਦਾ ਜਥੇਦਾਰ ਛੋਟੀ ਮੋਟੀ ਗੱਲ ਨਹੀਂ ਜੀ ਸਾਡੇ ਸਿੱਖ ਪੰਥ ਲਈ। ਤੁਸੀਂ ਸਾਨੂੰ ਕਹਿ ਰਹੇ ਹੋ ਵੀ ਅਕਾਲੀ ਦਲ ਹੈ ਜਿਹੜਾ ਉਹ ਪੁੱਤ ਹੈ ਜੀ SGPC ਦਾ, SGPC ਮਾਂ ਹੈ। ਇਹਨਾਂ ਦਾ ਇੱਕ ਦੂਜੇ ਬਿਨਾਂ ਗੁਜ਼ਾਰਾ ਹੈ ਨਹੀਂ ਗਾ। ਇੰਟਰੈਕਟਲੀ ਕੀ ਰਹੇ, ਉੱਧਰ ਧੁੰਮਾ ਸਾਹਿਬ ਉੱਠਦੇ ਨੇ ਟਕਸਾਲ ਦੇ, ਉਹ ਕਹਿ ਦਿੰਦੇ ਨੇ ਵੀ ਮਜੀਠੀਏ 'ਤੇ ਪਰਚਾ ਹੋਇਆ, ਬਿਲਕੁਲ ਗਲਤ ਹੋਇਆ। ਉਹ ਤੁਸੀਂ ਜਿਹੜਾ ਸਾਡਾ ਆਹ ਸਿਸਟਮ ਹੈ, ਤੁਸੀਂ ਸਾਡੇ ਧਾਰਮਿਕ ਆਗੂ ਹੋ, ਤੁਸੀਂ ਸਾਡੇ ਧਾਰਮਿਕ ਭਾਵਨਾਵਾਂ ਦੇਖਣੀਆਂ ਨੇ। ਤੁਸੀਂ ਦੇਖਣਾ ਸਾਡੇ ਨਾਲ ਕਿੰਨੀ ਨਜਾਇਜ਼ ਹੋ ਰਹੀ ਆ, ਸਾਡੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਕੀ ਕੁਛ ਇਹ ਹੁਣ ਤੱਕ ਕਰ ਚੁੱਕੇ ਨੇ, ਠੀਕ ਹੈ ਜੀ। ਸਾਡੇ ਇਤਿਹਾਸ ਨਾਲ ਕੀ ਕੁਛ ਹੁਣ ਤੱਕ ਇਹ ਕਰ ਚੁੱਕੇ ਨੇ, ਠੀਕ ਹੈ ਜੀ। CBSE ਦੀਆਂ ਕਿਤਾਬਾਂ 'ਚ ਕਿੰਨਾ ਇਹਨਾਂ ਨੇ ਇਤਿਹਾਸ ਮਰੋੜ ਤੋੜ ਦਿੱਤਾ। ਕੁਛ ਵੀ ਨਹੀਂ ਕਰਦੇ ਹੈਗੇ, ਕਿਸੇ ਨੂੰ ਕੋਈ ਲੈਟਰ ਨਹੀਂ ਕਹਿਣਾ। ਇੱਕ ਸਿਰਫ ਛੋਟੀ ਜਿਹੀ ਇਹਨੇ ਬਿਆਨ ਦੇਣਾ, ਚਾਹੇ ਬੀਬੀ ਜਗੀਰ ਕੌਰ ਹੋਵੇ, ਚਾਹੇ ਹੁਣ ਆਪਣਾ ਧਾਮੀ ਹੋਵੇ, ਚਾਹੇ ਲੌਂਗੋਵਾਲ ਹੋਵੇ, ਛੋਟੀ ਜਿਹੀ ਇਹ ਸਾਨੂੰ ਇਹ ਚੀਜ਼ ਦਾ ਬਹੁਤ ਦੁੱਖ ਹੈ ਜੀ। ਇਹ ਸਿਰਫ ਦੁੱਖ ਪ੍ਰਗਟ ਕਰਨ ਜੋਗੇ ਨੇ, ਉਹ ਵੀ ਫੇਸਬੁੱਕ 'ਤੇ ਜਾਂ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ। ਇਹਨਾਂ ਨੇ ਕੁਛ ਨਹੀਂ ਕਰਨਾ ਜੀ। ਹੁਣ ਇੱਕ ਹੁਣ ਸਾਡੇ ਪਿੱਛੇ ਜੇ ਵਡਾਲੇ ਸਾਹਿਬ ਜਦੋਂ ਗਏ ਸੀ, ਆਪਣੇ ਮਿਸਟਰ ਵਡਾਲਾ, ਉੱਥੇ ਨਿਕਲਿਆ ਕੁਛ ਉਹਦੀ ਖੁਦਾਈ 'ਚ ਜੀ। ਉਹ ਜੋ ਮਰਜ਼ੀ ਆ, ਪੁਰਾਤਨਤਾ ਹੈ ਜੀ। ਔਰ ਤੁਸੀਂ ਖਾਲਸਾ ਜੀ, ਚਲੋ ਵਿਸ਼ੇ ਤੋਂ ਹਟ ਕੇ ਮੈਂ ਗੱਲ ਕਰਨ ਲੱਗਿਆ ਥੋੜ੍ਹੀ ਜੀ। ਜੋ ਸਭ ਤੋਂ ਵੱਡਾ ਦੁੱਖ ਲੱਗਿਆ, ਇਹਨਾਂ ਨੇ ਪੱਥਰ ਹੀ ਪੱਥਰ ਚੜ੍ਹਾ ਕੇ ਸਾਡਾ ਵਿਰਸਾ ਬਰਬਾਦ ਕਰਤਾ। ਜਲਿਆਂਵਾਲਾ ਬਾਗ ਤੁਸੀਂ ਦੇਖ ਲਿਆ, ਮੈਂ ਦੇਖ ਲਿਆ, ਸਾਡੇ ਬੱਚੇ ਦੇਖਣਗੇ, ਉਹਨਾਂ ਨੇ ਉਹ ਗੋਲੀਆਂ ਦੇ ਨਿਸ਼ਾਨ ਨਹੀਂ ਦੇਖਣੇ। ਉਹ ਫੀਲ ਲੈ ਨਹੀਂ ਸਕਦੇ ਉਹਦੇ ਵਿੱਚੋਂ, ਜੋ ਫੀਲ ਅਸੀਂ ਫਤਿਹਗੜ੍ਹ ਸਾਹਿਬ ਛੋਟੇ ਹੁੰਦਿਆਂ ਲੈ ਲਈ। ਉੱਥੇ ਉਹ ਦਰਵਾਜ਼ੇ ਦੇਖ ਲਏ ਜਿਹੜੇ ਅਸੀਂ ਉਹ ਠੰਡਾ ਬੁਰਜ ਵੀ ਦੇਖ ਲਿਆ ਛੋਟੇ ਹੁੰਦਿਆਂ ਨੇ। ਉਹ ਚੀਜ਼ਾਂ ਇਹ ਬੱਚਿਆਂ ਨੇ ਕਿੱਥੇ ਦੇਖਣੀਆਂ ਨੇ? ਜੋਤੀ ਸਰੂਪ ਉਹ ਚੀਜ਼ਾਂ ਕਿੱਥੇ ਦੇਖਣੀਆਂ ਨੇ ਜੋ ਅਸੀਂ ਦੇਖ ਚੁੱਕੇ ਹਾਂ ਜੀ। ਇੰਗਲੈਂਡ ਦੇ ਵਿੱਚ ਜਿਹੜੀ ਯੂਨੀਵਰਸਿਟੀ ਆਪਣੀ, ਉੱਥੇ ਹਜੇ ਵੀ ਇੱਟਾਂ ਦਾ ਫਰਸ਼ ਲੱਗਿਆ ਹੋਇਆ। ਕੀ ਉਹ ਲਾ ਨਹੀਂ ਸਕਦੇ? ਉਹ ਕਹਿੰਦੇ ਸਾਡੇ ਸਕਾਲਰ ਇੱਥੇ ਪੜ੍ਹੇ ਹੋਏ ਨੇ, ਅਸੀਂ ਇਹ ਇੱਟਾਂ ਨਹੀਂ ਪੱਟਣੀਆਂ। ਸਾਡਾ ਇਤਿਹਾਸ ਕਿਉਂ ਨਹੀਂ ਸਾਂਭਿਆ ਜਾਂਦਾ ਜੀ? ਅਸੀਂ ਪਾਕਿਸਤਾਨ ਘੁੰਮ ਕੇ ਆਏ ਹਾਂ, ਸਾਡੀ ਵਿਰਾਸਤ ਸਾਰੀ ਉੱਥੇ ਉੱਦਾਂ ਹੀ ਸਾਂਭੀ ਪਈ ਆ। ਨਾਲੇ ਕਿਹਾ ਜਾ ਰਿਹਾ ਸਾਡਾ ਦੁਸ਼ਮਣ ਦੇਸ਼ ਆ ਉਹ। ਸਿੱਖਾਂ ਦੀ ਸਾਰੀ ਵਿਰਾਸਤ ਆ ਜਿਹੜੀ ਸਾਂਭੀ ਪਈ ਆ। ਇਹ ਖਾਲਸਾ ਜੀ, ਇਹ ਰੱਬ ਜਾਣਦਾ। ਦੇਖੋ, ਇਤਿਹਾਸ ਜਿਉਇਆ ਜਾਂਦਾ ਹੁੰਦਾ। ਇਤਿਹਾਸ ਤਾਂ ਜਿਉਇਆ ਜਾਊਗਾ ਜੇ ਮੈਂ ਜਹਾਜੀ ਹਵੇਲੀ ਜਾਊਂਗਾ, ਮੇਰੇ ਦਿਮਾਗ 'ਚ ਉਹ ਮਹਾਨ ਰੂ ਟੋਡਰ ਮੱਲ ਆ ਜਾਵੇ ਜੀ। ਇਹਨੇ ਖੜੀਆਂ ਕਰਕੇ ਮੂਹਰਾਂ ਸਾਡੇ ਕਲਗੀਧਰ ਦੇ ਫਰਜ਼ੰਦਾਂ ਵਾਸਤੇ ਚਿਖਾ ਤਿਆਰ ਕੀਤੀ ਸੀ ਜੀ, ਠੀਕ ਹੈ ਜੀ। ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ, ਉਹ ਜਹਾਜੀ ਹਵੇਲੀ ਦਾ ਹਾਲ ਦੇਖ ਲਓ ਜੀ ਤੁਸੀਂ ਅੱਜ ਕੀ ਹੈ। ਲੋਕ ਉਹਦੀਆਂ ਇੱਟਾਂ ਪੱਟ ਪੱਟ ਕੇ ਘਰ ਲੈ ਗਏ। ਹਾਈ ਕੋਰਟ ਤੋਂ ਵੀ ਹੁਕਮ ਆ ਚੁੱਕੇ ਨੇ ਵੀ ਇਹਦੀ ਧਿਆਨ ਰੱਖੋ, ਇਹਨੂੰ ਸਾਂਭੋ। ਔਰ ਇੱਕ ਗੁਰੂ ਤੇ ਚੇਲੇ ਦੀ, ਸ਼ਾਗਿਰਦ ਦੀ ਹੈਗੀ ਜੀ, 2 ਮਕਬਰੇ ਨੇ, ਉਹ ਵੀ ਇਤਿਹਾਸਕ ਨੇ, ਉਹ ਨਹੀਂ ਇਹ ਸਾਂਭ ਰਹੇ ਜੀ। ਸਾਡੇ ਫਤਿਹਗੜ੍ਹ ਸਾਹਿਬ ਦੇ ਵਿੱਚ ਜੀ ਇੰਨੀਆਂ ਇਤਿਹਾਸਕ ਇਮਾਰਤਾਂ ਨੇ। ਔਰ ਇਹ ਅਕਾਲੀਆਂ ਦਾ ਗੜ੍ਹ ਰਿਹਾ ਕਿਸੇ ਸਮੇਂ, ਅੱਜ ਵੀ ਗੜ੍ਹ ਹੈ। ਅਕਾਲੀ ਇੱਥੇ ਬਹੁਤ ਨੇ ਜੀ। SGPC ਮੈਂਬਰ ਵੀ 2 ਨੇ ਜੀ, ਇੱਕ ਛੱਡੋ ਜੀ। ਪਰ ਉਹ ਲੈਵਲ ਦੀ ਸਾਡੇ ਬਸ ਹੋਰ ਹੀ ਚੀਜ਼ਾਂ ਦਾ ਧਿਆਨ ਹੈ। ਜੋ ਸਾਨੂੰ ਕਰਨਾ ਚਾਹੀਦਾ ਸੀ ਉਹ ਅਸੀਂ ਨਹੀਂ ਕੀਤਾ। ਸਾਨੂੰ ਗੁਟਕਾ ਸਾਹਿਬ ਵੀ 30-20 ਰੁਪਏ ਭੇਟਾ ਦੇ ਕੇ ਮਿਲਦਾ, ਜਦੋਂ ਕਿ ਕ੍ਰਿਸਚਨ ਫ੍ਰੀ 'ਚ ਲਿਟਰੇਚਰ ਵੰਡ ਰਹੇ ਨੇ।
ਇਹ ਕੁਝ ਨਹੀਂ ਕਰ ਸਕਦੇ ਜੀ। ਫਿਰ ਕਹਿੰਦੇ ਤੁਸੀਂ ਸਰਸੇ ਵਾਲੇ ਦੇ ਚੇਲੇ ਬਣਦੇ ਹੋ। ਸਰਸੇ ਵਾਲੇ ਦੇ ਚੇਲੇ ਲੋਕ ਕਿਉਂ ਨਾ ਬਣਨ ਇਹ ਜਾ ਕੇ, ਜਦੋਂ ਤੁਸੀਂ ਉਹਨਾਂ ਦੀਆਂ ਵੰਗਾਰਾਂ ਨਹੀਂ ਪੂਰੀਆਂ ਕਰਨੀਆਂ। ਗੌਰਮੈਂਟ ਤੋਂ ਵੱਧ ਜਾਂਦਾ ਹੈ ਜੀ ਇਹਨਾਂ ਦਾ ਜੀ ਬਜਟ, ਪੈਸਾ ਕਿੱਥੇ ਜਾਂਦਾ ਹੈ। ਮੈਂ ਤੁਹਾਨੂੰ ਇੰਨੀ ਗੱਲ ਪੂਰੇ ਦਾਅਵੇ ਨਾਲ ਕਹਿ ਸਕਦਾ, ਸੰਗਤ ਦਾ ਇੰਨਾ ਪਿਆਰ ਹੈ ਆਪਣੇ ਗੁਰੂ ਨਾਲ, ਸੰਗਤ ਵੈਸੇ ਹੀ ਸੇਵਾ 'ਚ ਹੀ ਕਰੀ ਜਾਂਦੀ ਹੈ ਜੀ। ਕੋਈ ਵੀ ਡੈਕੋਰੇਸ਼ਨ ਕਰਨੀ ਹੈ, ਕੋਈ ਵੀ ਕੁਛ ਕਰਨਾ ਹੈ, ਜਾਂ ਕੋਈ ਵੀ ਚੀਜ਼ ਬਣਾਉਣੀ ਹੈ, ਕਰਨੀ ਹੈ, ਗੁਰੂ ਆਪਾਂ ਕੀ ਦੇ ਸਕਦੇ ਹਾਂ ਜੀ ਗੁਰੂ ਸਾਹਿਬ ਨੂੰ। ਗੁਰੂ ਸਾਹਿਬ ਤਾਂ ਸੇਵਾ ਲੈਂਦੇ ਨੇ ਸਾਤੋਂ, ਉਹ ਸੰਗਤ ਹੀ ਸੇਵਾ ਲਈ ਜਾਂਦੇ ਨੇ ਜੀ, ਸੰਗਤ ਸੇਵਾ ਕਰੀ ਜਾਂਦੀ ਹੈ। ਪਰ ਇੰਨਾ ਬਜਟ ਹੈ ਜਿਹੜਾ ਕਿੱਥੇ ਜਾਂਦਾ ਹੈ। ਠੀਕ ਹੈ ਜੀ, ਤੁਸੀਂ ਸਿਰਫ ਤਨਖਾਹਾਂ ਦੇਣ ਜੋ ਕੋਈ ਉਹਨਾਂ ਨੂੰ ਵੀ ਜਿਹੜੇ ਬੈਠੇ ਨੇ ਉੱਥੇ ਆਪਸ 'ਚ। ਔਰ ਸਾਨੂੰ ਤਰਾਸਦੀ ਤਾਂ ਇਹ ਹੁੰਦੀ ਹੈ ਜਦੋਂ ਛੋਟੇ ਛੋਟੇ ਬੱਚੇ ਜੰਤਰੀ ਵੇਚਣ ਵਾਲਿਆਂ ਤੋਂ ਵੀ 200 ਰੁਪਏ ਲੈਂਦੇ ਨੇ ਇਹ ਜੀ। ਇੱਧਰ ਟੋਡਰਮੱਲ ਬਾਬਾ ਮੋਤੀ ਰਾਮ ਮਹਿਰਾ ਜੀ ਗੁਰਦੁਆਰਾ ਸਾਹਿਬ ਤੱਕ, ਉਧਰ ਜੋਤੀ ਸਰੂਪ ਤੱਕ ਠੇਕਾ ਚੜ੍ਹਦਾ ਹੈ ਜੀ। ਇੱਕ ਛੋਟੀ ਜਿਹੀ ਗੱਲ ਕਰਨ ਲੱਗੇ ਹਾਂ, ਤੁਸੀਂ ਉੱਥੋਂ ਚੀਜ਼ ਖਰੀਦ ਕੇ ਦੇਖ ਲਿਓ ਅਲੱਗ ਰੇਟ ਹੈ, ਇੱਥੋਂ ਚੀਜ਼ ਖਰੀਦ ਕੇ ਦੇਖ ਲਿਓ ਅਲੱਗ ਰੇਟ ਹੈ। ਕਾਰਨ ਕੀ ਹੈ? ਉਹਨਾਂ ਨੂੰ ਪਰਚੀ ਕਟਾਉਣੀ ਪੈਂਦੀ ਹੈ ਸ਼ਾਮ ਨੂੰ ਜੀ। ਪਰਚੀ 200 ਤੋਂ ਲੈ ਕੇ 7000 ਰੁਪਏ ਤੱਕ ਪਰਚੀ ਹੈ ਇਹਨਾਂ ਦੀ ਜੀ। ਇਹ ਤਾਂ ਇੱਕ ਕਾਰਪੋਰੇਟਿਵ ਇਹਨਾਂ ਨੇ ਚੀਜ਼ ਬਣਾਤੀ ਹੋਈ ਹੈ ਜੀ, ਜਿਹੜੀ ਕਿ ਸਾਨੂੰ ਚਾਹੀਦੀ ਨਹੀਂ ਸੀ। ਅਤੇ ਉਹ ਚੀਜ਼ਾਂ ਦੇ ਫਿਰ ਨਤੀਜੇ ਨੇ ਜਿਹੜੇ ਉਹ ਸਾਡੇ ਸਾਹਮਣੇ ਹੁਣ ਆ ਰਹੇ ਨੇ ਜੀ। ਠੀਕ ਹੈ ਨਾ ਜੀ। ਇਹ ਲਾਲਚੀ ਹੈ ਜਿਹੜਾ ਇਹਨਾਂ ਨੂੰ ਅੱਗੇ ਨਹੀਂ ਆਉਣ ਦਿੰਦਾ। ਔਰ ਜੇ ਪੈਰਵੀ ਕੀਤੀ ਹੁੰਦੀ ਇਹ ਕੇਸਾਂ ਦੀ, ਹੁਣ ਨੂੰ ਉਹਨਾਂ ਨੂੰ ਸਜ਼ਾਵਾਂ ਮਿਲੀਆਂ ਹੁੰਦੀਆਂ, ਸਾਨੂੰ ਸੰਗਤ ਦਾ ਭਰੋਸਾ ਬਣਿਆ ਹੁੰਦਾ, ਉਹ ਬੰਦਾ ਫੜ ਕੇ ਵੀ ਪ੍ਰਸ਼ਾਸਨ ਦੇ ਹਵਾਲੇ ਕਰ ਦਿੱਤਾ ਹੁੰਦਾ ਵੀ ਠੀਕ ਹੈ ਸਾਨੂੰ ਇਨਸਾਫ ਮਿਲ ਜਾਣਾ। ਇਨਸਾਫ ਤਾਂ ਇਹਨਾਂ ਨੂੰ 84 ਦਾ ਨਹੀਂ ਮਿਲਿਆ ਜੀ ਹਜੇ ਤੱਕ। ਉਲਟਾ ਮੈਂ ਕਈ ਵਾਰੀ ਕਮੈਂਟ ਦੇਖਦਾ ਹੁੰਦਾ, 84 ਕਹਿੰਦੇ 84 ਭੁੱਲ ਗਏ ਤੁਸੀਂ। ਕਈ ਬੰਦੇ ਇਹੋ ਜਿਹੇ ਨੇ, ਬਲਕਿ ਉਹਨਾਂ ਦਾ ਕੋਈ ਧਰਮ ਨਹੀਂ ਇਹੋ ਜਿਹੀਆਂ ਗੱਲਾਂ ਕਰਨ ਵਾਲੇ ਬੰਦਿਆਂ ਦਾ। ਪਰ ਕਿਤੇ ਨਾ ਕਿਤੇ ਉੱਥੇ ਗਲਤੀਆਂ ਕਿਹਦੀਆਂ ਨੇ? ਇਹ ਗਲਤੀ ਇਹ ਬੰਚ ਆਫ ਈਵੈਂਟਸ ਹੈ ਜੀ। ਇਹ ਚੀਜ਼ਾਂ ਰਲ ਮਿਲ ਕੇ ਬਣੀਆਂ ਨੇ। ਇਹ ਕੋਈ ਇੱਕ ਇਨਸੀਡੈਂਸ ਨਾਲ ਨਹੀਂ ਗੱਲ ਹੋਈ ਜੋ ਇਹ ਗੱਲਾਂ ਹੋਈਆਂ ਨੇ। ਇਹ ਗੱਲ ਨਹੀਂ ਹੁਣ ਇਹ ਕਹਿ ਸਕਦੇ ਸਿੱਖਾਂ ਨੂੰ ਵੀ ਤੁਸੀਂ ਧੱਕਾ ਕੀਤਾ, ਕਿਉਂਕਿ ਸਿੱਖਾਂ ਨੇ ਤੁਹਾਡੇ ਵਿਸ਼ਵਾਸ ਕੀਤਾ, ਸੰਗਤ ਨੇ ਤੁਹਾਡੇ ਹਵਾਲੇ ਵੀ ਕੀਤੇ ਨੇ। ਇਹ ਤੁਹਾਡੇ 'ਚ ਕਮੀਆਂ ਨੇ ਵੀ ਤੁਸੀਂ ਉਹਨਾਂ ਨੂੰ ਸੈਟੀਸਫਾਈ ਨਹੀਂ ਕਰ ਸਕੇ। ਸਿੱਖ ਸੰਗਤਾਂ ਨੂੰ ਲਾਸਟ ਦੇ ਵਿੱਚ ਕੀ ਅਪੀਲ ਕਰੇਗੇ? ਉਹ ਕਿੱਦਾਂ ਦੇ ਉਹਨਾਂ ਨੂੰ ਉਪਰਾਲੇ ਨੇ ਜਿਹੜੇ ਕਰਨੇ ਚਾਹੀਦੇ ਨੇ? ਅਜਿਹੀਆਂ ਘਟਨਾਵਾਂ ਅੱਗੇ ਨਾ ਵਾਪਰਨ, ਗੁਰੂ ਘਰਾਂ 'ਚ ਕਿੱਦਾਂ ਦੇ ਪ੍ਰਬੰਧ ਕਰਨੇ ਚਾਹੀਦੇ ਨੇ? ਦੇਖੋ, ਮੈਂ ਤਾਂ ਇਹੀ ਕਰੂੰਗਾ, ਜਿਹੜੀ ਸਿੱਖ ਕੌਮ ਹੈ ਨਾ ਜੀ, ਇਹ ਭਾਵੁਕ ਵੀ ਨੇ, ਇਹ ਯੋਧੇ ਵੀ ਨੇ, ਇਹ ਸੰਤ ਸਿਪਾਹੀ ਦੇ ਪੁੱਤ ਨੇ ਜੀ। ਉਹੀ ਇਹਨਾਂ 'ਚ ਅੱਗੇ ਚੀਜ਼ਾਂ ਹੈ ਨੇ ਜੀ। ਮੈਂ ਤਾਂ ਇੱਕ ਗੱਲ ਕਹੂੰਗਾ, ਸਾਡੇ ਪੰਜਾਬ ਨੂੰ ਬਦਨਾਮ ਕਰਨ ਦੀਆਂ, ਸਾਡੀ ਜਵਾਨੀ ਨੂੰ ਬਦਨਾਮ ਕਰਨ ਦੀਆਂ ਵੀ ਦੇਖੋ ਇਹ ਤਾਂ ਜੀ ਐਂ ਕਰ ਦਿੰਦੇ ਨੇ। ਮੈਂ ਦੇਖੋ ਇਹਨਾਂ ਨੇ ਪਰਸੋਂ ਚੌਥੇ ਦੀ ਹੋਰ ਹੀ ਰੀਲ ਚਲਾਈ ਹੋਈ ਆ ਨੈਸ਼ਨਲ ਮੀਡੀਆ ਨੇ। ਅਸੀਂ ਇਹ ਚੀਜ਼ ਚਾਹੁੰਦੇ ਹਾਂ ਵੀ ਘੱਟੋ ਘੱਟ ਸਾਡੇ ਪੰਜਾਬ ਦੇ ਉੱਤੇ ਇਹ ਕਲੰਕ ਨਾ ਲੱਗੇ ਜੋ ਲਾਉਣਾ ਚਾਹੁੰਦੇ ਨੇ ਜੀ। ਸਾਨੂੰ ਇਹ ਚੀਜ਼ਾਂ ਤੋਂ ਘਟਨਾ ਨਾ ਹੀ ਵਾਪਰਨ, ਅਸੀਂ ਆਪ ਧਿਆਨ ਰੱਖੀਏ ਚੀਜ਼ਾਂ ਦਾ। ਅਸੀਂ ਇਹ ਚੀਜ਼ਾਂ ਦਾ ਆਪ ਧਿਆਨ ਰੱਖੀਏ ਵੀ ਇਹ ਘਟਨਾ ਨਾ ਵਾਪਰਨ। ਔਰ ਆਪਣੇ 'ਤੇ ਆਹ ਜਿਹੜਾ ਇਹ ਲਾਉਂਦੇ ਵੇ ਕਾਤਲ ਨੇ, ਬੰਦਾ ਮਾਰ ਦਿੰਦੇ ਨੇ, ਉਹ ਚੀਜ਼ਾਂ ਦੇ ਅਸੀਂ ਆਪਣੇ 'ਤੇ ਐਲੀਗੇਸ਼ਨ ਨਾ ਲੱਗਣ ਦਈਏ, ਜਦੋਂ ਕਿ ਇਹ ਚੀਜ਼ਾਂ ਉਹ ਵੀ ਸਮਝਦੇ ਨੇ ਵੀ ਇਹਨਾਂ ਨਾਲ ਧੱਕਾ ਹੁੰਦਾ, ਪਰ ਜਾਣ ਬੁੱਝ ਕੇ ਇਹ ਚੀਜ਼ਾਂ ਪ੍ਰਚਾਰ ਰਹੇ ਨੇ ਵੀ ਇਹ ਇਸ ਤਰ੍ਹਾਂ। ਇਹਨਾਂ ਨੇ ਇੱਕ ਹੋਰ ਮੇਰੇ ਦਿਮਾਗ, ਹੁਣ ਸ਼ਬਦ ਮੇਰੇ ਦਿਮਾਗ 'ਚੋਂ ਵਿਸਰ ਗਿਆ, ਉਹ ਸ਼ਬਦ ਚਲਾਇਆ ਹੈ ਪਰਸੋਂ ਚੌਥੇ ਦਾ ਇਹਨਾਂ ਨੇ। ਉਹ ਸੋਧਾ ਲਾਉਣਾ ਨਹੀਂ ਦੱਸਦੇ, ਉਹ ਕਤਲੇ ਦੱਸਦੇ ਨੇ ਜੀ। ਕਤਲ ਔਰ ਸੋਧਾ ਲਾਉਣ ਜੇ ਇਹ ਖਾਲਸਾਈ ਰਵਾਇਤਾਂ ਮੁਤਾਬਕ ਜੋ ਸਿੱਖਾਂ ਨੇ ਕੀਤਾ ਉੱਥੇ ਹਾਰ ਕੇ ਤਾਂ ਕਵਾਂਗੇ। ਕੇਸਗੜ੍ਹ ਸਾਹਿਬ ਵੀ ਹੋ ਸਕਦਾ ਸੀ ਸਭ ਕੁਝ, ਉੱਥੇ ਵੀ ਸੰਗਤ ਸੀਗੀ, ਪਰ ਉਦੋਂ ਵੀ ਥੋਤੇ ਭਰੋਸਾ ਸੀਗਾ ਇਹਨਾਂ ਨੂੰ ਵੀ ਹਾਂ ਸਾਨੂੰ ਇਨਸਾਫ ਮਿਲੂਗਾ। ਇਹ ਗਲਤੀਆਂ ਕਿਹਦੀਆਂ ਨੇ? ਗਲਤੀਆਂ ਫਿਰ ਇਹਨਾਂ ਦੀਆਂ ਹੀ ਨੇ। ਗਲਤੀਆਂ ਪ੍ਰਸ਼ਾਸਨ ਦੀਆਂ ਨੇ, ਸਰਕਾਰਾਂ ਦੀਆਂ ਨੇ। ਸਰਕਾਰਾਂ ਇਹਨਾਂ ਨੂੰ ਨਹੀਂ ਲੈ ਸਕੀਆਂ ਕਲਾਵੇ ਦੇ ਵਿੱਚ, ਸਾਨੂੰ ਕਲਾਵੇ 'ਚ ਨਹੀਂ ਲੈ ਸਕੀਆਂ ਵੀ ਠੀਕ ਹੈ ਅਸੀਂ ਤੁਹਾਡੀ ਅਤੇ ਤੁਹਾਡੀਆਂ ਭਾਵਨਾਵਾਂ ਦੀ ਰੱਖਿਆ ਕਰਾਂਗੇ, ਅਸੀਂ ਸਖਤ ਕਾਨੂੰਨ ਬਣਾਵਾਂਗੇ ਤਾਂ ਜੋ ਜਿਹੜੇ ਬੰਦੇ ਨੇ ਬੇਅਦਬੀ ਕਰਤੀ ਉਹ ਬਾਹਰ ਆ ਕੇ ਆਜ਼ਾਦ ਸੂਰਜ ਨਾ ਦੇਖ ਸਕੇ ਜੀ। ਸੋ ਮੇਰੀ ਇਹੀ ਅਪੀਲ ਹੈ, ਰਲ ਕੇ ਰਹੋ, ਮਿਲ ਕੇ ਰਹੋ, ਅਤੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਇਸ ਤਰ੍ਹਾਂ ਹੀ ਅੱਗੇ ਜਿਉਂਦਾ ਰੱਖੋ ਬਸ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇਹ ਸਨ ਐਡਵੋਕੇਟ ਬੀਰ ਦਵਿੰਦਰ ਸਿੰਘ ਬਾਜਵਾ, ਜਿਨ੍ਹਾਂ ਨੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ। ਸੋ ਅਸੀਂ ਤੁਹਾਨੂੰ ਅਜਿਹੀਆਂ ਸ਼ਖਸੀਅਤਾਂ ਨਾਲ ਮਿਲਾਉਂਦੇ ਰਹਾਂਗੇ। ਤੁਸੀਂ ਦੇਖਦੇ ਰਹੋ ਪੰਜਾਬੀ ਲੋਕ ਚੈਨਲ। ਕੈਮਰਾਮੈਨ ਪ੍ਰਿੰਸ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ, ਫਤਿਹਗੜ੍ਹ ਸਾਹਿਬ।